ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰੋ ਕੋਈ। ਮਾਟੇ ਕਾ ਕਿਆ ਧੋਪੈ ਸੁਆਮੀ ਮਾਨਸ ਕੇ ਗਤ ਇਹ। ਬਲ ਛੁਟ ਕਿਉ ਬੰਧਨ ਪਰੇ ਕਛੁ ਨ ਹੋਤੇ ਉਪਾਏ। ਕਹੋ ਨਾਨਕ ਅਬ ਓਟ ਹਰ ਗਜ ਜੋ ਹੋ ਸਹਾਏ। ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤੇ ਉਪਾਏ। ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਏ। ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਏ। ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਪਰਮ ਸਤਿਕਾਰਯੋਗ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੀ ਮਾਨ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ। ਜਿਸ ਤਰ੍ਹਾਂ ਕਿ ਅਸੀਂ ਤੁਸੀਂ ਸਾਰੇ ਹੀ ਭਲੀ ਭਾਂਤ ਜਾਣਦੇ ਹਾਂ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 400 ਸਾਲਾ ਪਾਵਨ ਪ੍ਰਕਾਸ਼ ਦਿਹਾੜਾ, ਜੋ ਕਿ ਸਮੁੱਚੇ ਸੰਸਾਰ ਦੇ ਅੰਦਰ ਜਿੱਥੇ ਜਿੱਥੇ ਵੀ ਕੋਈ ਨਾਨਕ ਨਾਮ ਲੇਵਾ ਰਹਿੰਦਾ ਹੈ, ਬੜੇ ਹੀ ਪਿਆਰ ਸਤਿਕਾਰ ਅਤੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਸੋ ਉਸੇ ਦੇ ਤਹਿਤ ਜਿੱਥੇ ਸਤਿਕਾਰਯੋਗ ਵੀਰ ਕੁਲਵੰਤ ਸਿੰਘ ਜੀ, ਜਿਨ੍ਹਾਂ ਨੇ ਸਮੁੱਚੇ ਸੰਸਾਰ ਦੀ ਸੁਖ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਦੀ ਪ੍ਰਾਰੰਭਤਾ ਕਰਵਾਈ, ਉਸ ਸਹਿਜ ਪਾਠ ਦੇ ਭੋਗ ਪਏ ਅਤੇ ਇੱਥੋਂ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ, ਆਪ ਜੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਕਿ ਆਪਾਂ ਰਲ ਮਿਲ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਰਉਪਕਾਰਾਂ ਨੂੰ ਚੇਤੇ ਕਰ ਸਕੀਏ। ਯਕੀਨ ਜਾਣਿਓ, ਜਦੋਂ ਇਹ ਪ੍ਰੋਗਰਾਮ ਵਾਸਤੇ ਭਾਈ ਸਾਹਿਬ ਹੋਰਾਂ ਨੇ ਫੋਨ ਕੀਤਾ ਸੀ ਨਾ, ਤੇ ਇੱਕ ਗੱਲ ਵਿਸ਼ੇਸ਼ ਤੌਰ 'ਤੇ ਆਖੀ ਸੀ ਕਿ ਭਾਈ ਸਾਹਿਬ ਜੀ, ਹੋ ਸਕੇ ਤਾਂ ਵੱਧ ਤੋਂ ਵੱਧ ਗੁਰੂ ਦੀ ਗੱਲ, ਗੁਰੂ ਕੀ ਬਾਣੀ ਦੀਆਂ ਬਾਤਾਂ ਕਰਨੀ। ਅਤੇ ਦੱਸਦਾ ਵੀ ਇੱਕ ਵਿਸ਼ਵਾਸ ਹੈ ਸਾਧ ਸੰਗਤ, ਇਹ ਗੁਰੂ ਦੀ ਸਟੇਜ ਹੈ, ਇੱਥੇ ਕੇਵਲ ਤਾਂ ਕੇਵਲ ਗੁਰੂ ਦੀ ਬਾਤ ਹੋਵੇ। ਹੋਰ ਕੋਈ ਬਾਤ ਕਰਨੀ ਹੈ ਤੇ ਬਥੇਰੇ ਹੋਰ ਜਗ੍ਹਾ ਨੇ, ਹੋਰ ਬਥੇਰੇ ਟਿਕਾਣੇ ਨੇ। ਸ਼ਾਇਦ ਇਸੇ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਉਸਾਰਿਆ ਨਾ, ਆਖਿਆ ਸਿੱਖਾ ਜੇ ਹਰੀ ਦੀ ਗੱਲ ਕਰਨੀ ਆ ਤੇ ਹਰਿਮੰਦਰ ਦੇ ਅੰਦਰ ਆ ਜਾ, ਜੇ ਹਰੀ ਤੋਂ ਬਾਅਦ ਵਿੱਚ ਕੋਈ ਰਾਜਨੀਤਿਕ ਦੀ ਗੱਲ ਕਰਨੀ ਆ ਤੇ ਫਿਰ ਅਕਾਲ ਤਖਤ ਵਿਖੇ ਚਲਾ ਜਾ। ਅੱਜ ਸੱਚਮੁੱਚ ਉਸ ਮੌਕੇ ਖੇਦ ਹੁੰਦਾ ਜਦੋਂ ਕੋਈ ਗੁਰੂ ਦਾ ਸਿੱਖ ਗੁਰੂ ਕੋਲ ਗੁਰੂ ਦੀ ਬਾਤ ਸੁਣਨ ਵਾਸਤੇ ਆਉਂਦਾ। ਜੇ ਗੁਰੂ ਕੋਲ ਬੈਠ ਕੇ ਵੀ ਰਾਜਨੀਤੀ ਦੀਆਂ ਗੱਲਾਂ ਹੋਈਆਂ ਤੇ ਸੱਚਮੁੱਚ ਪਿਆਰ ਕਰਨ ਵਾਲਿਆਂ ਦਾ ਹਿਰਦਾ ਦੁਖਦਾ ਹੈ। ਇੱਥੇ ਵੱਧ ਤੋਂ ਵੱਧ ਗੁਰੂ ਕੀ ਬਾਣੀ, ਗੁਰੂ ਕੇ ਇਤਿਹਾਸ ਦੀ ਬਾਤ ਹੋਵੇ। ਸੋ आओ साध संगत जितना कुछ प्रबंधक वीरां वालों समा मिले समੇਂ अंदर रह के कुछ क बातां तुहाडे नाल सांझियां कर पावां।
ਆਪ ਜੀ ਬਖਸ਼ੋ ਅਸੀਸ ਤਾਂ ਕਿ ਕੁਝ ਕਹਿਣ ਦਾ ਹੀਲਾ ਕਰ ਸਕਾਂ ਜੀ। ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਅੱਜ ਦੇ ਵਿਚਾਰ ਦਾ 2 ਸਲੋਕਾਂ ਨੂੰ ਆਧਾਰ ਬਣਾਇਆ। ਮੇਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜੋ ਸੰਸਾਰ ਨੂੰ ਗੌਰ ਨਾਲ ਵੇਖਿਆ ਨਾ, ਜਦੋਂ ਧਿਆਨ ਮਾਰ ਕੇ ਦੇਖਿਆ, ਜਿਵੇਂ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਬਚਨ ਪੜ੍ਹਨੇ ਆ ਕਿ ਬਾਬਾ ਦੇਖਿਆ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ, ਕਿਉਂ ਛੱਡ ਰਹੀ ਸੀ ਬਾਝੋਂ ਗੁਰੂ ਗਵਾਰ ਹੈ ਕਰਦੀ ਸੁਣੀ ਲੁਕਾਈ। ਠੀਕ ਇਸੇ ਤਰ੍ਹਾਂ ਮੇਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸੰਸਾਰ ਨੂੰ ਗੌਰ ਨਾਲ ਵੇਖਿਆ ਤੇ ਦੇਖਣ ਵਿੱਚ ਕੀ ਆਇਆ, ਇਹ ਸਾਰੇ ਦਾ ਸਾਰਾ ਸੰਸਾਰ ਜਿਹੜਾ ਇਹ ਬੰਧਨਾਂ ਵਿੱਚ ਜਕੜਿਆ ਪਿਆ ਸੀ। ਸਾਸਨ ਹਰ ਇੱਕ ਮਨੁੱਖ ਨੂੰ ਕੋਈ ਨਾ ਕੋਈ ਬੰਧਨ ਚਮੜਿਆ ਸੀ, ਕਿਸੇ ਨਾ ਕਿਸੇ ਬੰਧਨ ਵਿੱਚ ਘਿਰਿਆ ਪਿਆ ਸੀ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਗੱਲ ਸਮਝਾਈ ਕਿ ਅਸਲ ਵਿੱਚ ਮਨੁੱਖ ਨੂੰ ਜਿਹੜੇ ਬੰਧਨ ਪਏ ਨਾ, ਇਹਦਾ ਕਾਰਨ ਕੀ ਹੈ। ਸਾਸੰਗ 10 ਕੁ ਮਿੰਟ ਸਲੋਕਾਂ ਦੀ ਵਿਚਾਰ ਸਰਵਣ ਕਰਿਓ, ਹਿਰਦੇ ਨੂੰ ਇੱਕ ਵੱਖਰੀ ਸ਼ਾਂਤੀ ਮਿਲੇਗੀ। ਅੱਜ ਸਾਨੂੰ ਤੁਸੀਂ ਦੇਖਿਓ ਬੇਵਜ੍ਹਾ ਬੰਧਨਾਂ ਨੇ ਘੇਰਾ ਪਾਇਆ, ਕੋਈ ਨਾ ਕੋਈ ਮਨੁੱਖ ਜੰਜਾਲ ਵਿੱਚ ਫਸਿਆ ਪਿਆ ਜੀ। ਜਾਣੇ ਅਣਜਾਣੇ ਵਿੱਚ ਕੋਈ ਨਾ ਕੋਈ ਬੰਧਨ ਸਾਨੂੰ ਘੇਰ ਕੇ ਬੈਠਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 9ਵੇਂ ਮਹਿਲ ਦੇ ਸਲੋਕਾਂ ਵਿੱਚੋਂ ਸਲੋਕ ਨੰਬਰ 53 ਤੇ 54 ਵਿੱਚ ਗੱਲ ਸਾਰੀ ਸਮਝਾ ਦਿੱਤੀ। ਕਹਿੰਦੇ ਸਿੱਖਾ ਆ ਤੈਨੂੰ ਦੱਸਾਂ ਤੇਰੇ ਬੰਧਨਾਂ ਦਾ ਕਾਰਨ ਕੀ ਆ। ਤੇਰੇ ਬੰਧਨਾਂ ਦਾ ਕਾਰਨ ਹੈ ਬਲ ਛੁੱਟ ਕੇ ਉਹ ਬੰਧਨ ਪਰੇ, ਤੂੰ ਪਰਮਾਤਮਾ ਨੂੰ ਭੁੱਲ ਗਿਆ। ਇਹ ਜੀਵਨ ਮਿਲਿਆ ਸੀ ਪਰਮਾਤਮਾ ਨੂੰ ਚੇਤੇ ਕਰਨ ਵਾਸਤੇ, ਪਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ, ਇਹ ਤੇਰੀ ਵਰੀਆ ਹੋਇਆ ਕਿ ਤੂੰ ਜੀਵਨ ਪਾ ਕੇ ਇਤਨਾ ਕੁ ਅਕਿਰਤ ਘਨ ਹੋ ਗਿਆ, ਤੂੰ ਉਸ ਮਾਲਕ ਦਾ ਸ਼ੁਕਰਾਨਾ ਕਰਨਾ ਛੱਡ ਦਿੱਤਾ ਤੇ ਉਹਦਾ ਖਮਿਆਜਾ ਤੈਨੂੰ ਕੀ ਭੁਗਤਣਾ ਪਿਆ। ਤੂੰ ਆਤਮਿਕ ਤੌਰ ਤੇ ਕਮਜ਼ੋਰ ਹੋ ਗਿਆ, ਤੇਰੇ ਅੰਦਰ ਆਤਮਿਕ ਬਲ ਖਤਮ ਹੋ ਗਿਆ, ਜਿਹਨੂੰ ਆਪਾਂ ਵਿਲ ਪਾਵਰ ਕਹਿੰਦੇ ਆ, ਜਿਹਨੂੰ ਆਪਾਂ ਚੜ੍ਹਦੀ ਕਲਾ ਕਹਿੰਦੇ ਆ। ਪਰਮਾਤਮਾ ਦਾ ਨਾਮ ਭੁੱਲਣ ਦੀ ਦੇਰੀ ਸੀ, ਤੇਰੇ ਅੰਦਰੋਂ ਆਤਮਿਕ ਬਲ ਖਤਮ ਹੋ ਗਿਆ ਤੇ ਜਦੋਂ ਬਲ ਖਤਮ ਹੋ ਗਿਆ ਨਾ ਤੇ ਦੁਨੀਆ ਦੇ ਸਾਰੇ ਆ ਕੇ ਬੰਧਨਾਂ ਤੇ ਤੈਨੂੰ ਘੇਰਾ ਪਾ ਲਿਆ। ਇੱਕ ਉਦਾਹਰਨ ਦੇਵਾਂ, ਸੰਸਾਰ ਤੇ ਝਾਤ ਮਾਰ ਕੇ ਦੇਖਿਓ, ਕੋਈ ਕਮਜ਼ੋਰ ਬੰਦਾ ਹੋਵੇ ਨਾ, ਜਨਾ ਖਾਨਾ ਉਹਨੂੰ ਲਤਾੜੀ ਜਾਂਦਾ ਜੀ। ਹੋਰ ਸੌਖੀ ਉਦਾਹਰਨ, ਬੰਦਾ ਸਰੀਰਕ ਤੌਰ ਤੇ ਕਮਜ਼ੋਰ ਹੋਵੇ ਨਾ, ਮੈਂ ਕਹਿੰਦਾ ਤੁਸੀਂ ਦੇਖਿਓ ਕਈ ਪ੍ਰਕਾਰ ਦੀਆਂ ਬਿਮਾਰੀਆਂ ਉਹਨੂੰ ਆ ਕੇ ਘੇਰਾ ਪਾ ਲੈਂਦੀਆਂ ਨੇ। ਤੰਦਰੁਸਤ ਬੰਦੇ ਦੇ ਲਾਗੇ ਕੋਈ ਬਿਮਾਰੀ ਵੀ ਨਹੀਂ ਆਉਂਦੀ। ਯਕੀਨ ਜਾਣਿਓ, ਜਿੰਨਾ ਬੰਦਾ ਕਮਜ਼ੋਰ ਹੋਵੇਗਾ ਉਨੀਆਂ ਬਿਮਾਰੀਆਂ ਦਾ ਸ਼ਿਕਾਰ ਹੋਵੇਗਾ। ਤਾਂ ਹੀ ਤਾਂ ਮੇਰੇ ਸਤਿਗੁਰਾਂ ਬੜੀਆਂ ਉਦਾਹਰਨਾਂ, ਪਰ ਮੈਂ ਸੰਖੇਪ ਜੀ ਗੱਲ ਕਰਨਾ ਚਾਹੁੰਦਾ। ਮਰ ਕਹਿੰਦੇ ਤੇਰੇ ਬੰਧਨਾਂ ਦਾ ਕਾਰਨ ਤੂੰ ਪਰਮਾਤਮਾ ਨੂੰ ਭੁੱਲ ਗਿਆ ਭਲਿਆ, ਤੇਰੇ ਅੰਦਰੋਂ ਬਲ ਖਤਮ ਹੋ ਗਿਆ, ਬਲ ਛੁੱਟ ਕੇ ਬੰਧਨ ਪਰੇ। ਸਲੋਕ ਨਾਲ ਨਾਲ ਬੋਲਿਓ। ਮੈਂ ਆਂਦੇ ਆਂਦੇ ਵੀਰ ਸੁਰਿੰਦਰ ਸਿੰਘ ਹੋਰੀ ਨਾਲ ਆਏ ਸਨ, ਮੈਂ ਗੱਲ ਕਰਨਾ ਪਿਆ ਸਾ ਬਾਣੀ ਨੂੰ ਕੰਠ ਕਰਨ ਦਾ ਇੱਕ ਤਰੀਕਾ ਹੈ। ਬਾਣੀ ਸਾਨੂੰ ਸਮਝ ਆਏ, ਤੁਹਾਨੂੰ ਲਾਸਟ ਸਵਾਸ ਤੱਕ ਬਚਨ ਨਹੀਂ ਭੁੱਲਣਗੇ। ਸਾਸਾਂ ਜੋ ਗੱਲ ਸਮਝ ਆ ਜਾਏਗੀ ਕਿ ਸਤਿਗੁਰ ਕਹਿੰਦੇ ਕੀ ਪਏ ਨੇ। ਮਰ ਕਹਿੰਦੇ ਤੂੰ ਸੰਸਾਰ ਤੇ ਆ ਕੇ ਰੱਬ ਨੂੰ ਭੁੱਲ ਗਿਆ ਭਲਿਆ, ਉਹਦਾ ਖਮਿਆਜਾ ਇਹ ਭੁਗਤਿਆ ਕਿ ਤੇਰੇ ਅੰਦਰੋਂ ਆਤਮਿਕ ਬਲ ਖਤਮ ਹੋ ਗਿਆ, ਅੰਦਰੋਂ ਹਿੰਮਤ ਜਾਂਦੀ ਰਹੀ ਤੇਰੇ ਅੰਦਰੋਂ ਬਿਲ ਪਾਵਰ ਚੜ੍ਹਦੀ ਕਲਾ ਖਤਮ ਹੋ ਗਈ ਤੇ ਹੋ ਗਿਆ ਕਿ ਸਾਰੇ ਬੰਧਨਾਂ ਨੇ ਆ ਕੇ ਤੈਨੂੰ ਘੇਰਾ ਪਾ ਲਿਆ। ਜਿਵੇਂ ਕਮਜ਼ੋਰ ਬੰਦੇ ਤੇ ਤੁਸੀਂ ਦੇਖਿਓ ਕੋਈ ਲੜਾਈਆਂ ਰੋਜ਼ ਨਹੀਂ ਲੱਗੀਆਂ, ਪਰ ਹਰ ਇੱਕ ਦੇਸ਼ ਨੇ ਡਿਫੈਂਸ ਵਾਸਤੇ ਜ਼ਿਆਦਾ ਬਜਟ ਰੱਖਿਆ ਹੁੰਦਾ। ਕਾਰਨ ਕੀ ਹੈ? ਆਪਣੀ ਸੇਫਟੀ ਵਾਸਤੇ ਜੀ, ਕਿਉਂਕਿ ਜਿੰਨਾ ਕਮਜ਼ੋਰ ਦੇਸ਼ ਹੋਵੇਗਾ ਬਾਕੀ ਦੀਆਂ ਕੰਟਰੀਆਂ ਉਹਦੇ ਤੇ ਹਾਵੀ ਹੋ ਜਾਣਗੀਆਂ ਜੀ। ਸਤਿਗੁਰਾਂ ਨੇ ਕਿੰਨੀ ਡਿਟੇਲ 'ਚ ਗੱਲ ਸਮਝਾਈ, ਮੈਂ ਜ਼ਿਆਦਾ ਸਮਾਂ ਨਹੀਂ ਇੱਥੇ ਲਾਉਣਾ ਚਾਹੁੰਦਾ। ਮਰ ਕਹਿੰਦੇ ਬਲ ਛੁੱਟ ਕੇ ਉਹ ਬੰਧਨ ਪਰੇ, ਕਹਿੰਦੇ ਬੰਧਨਾਂ ਨੇ ਆ ਕੇ ਘੇਰਾ ਪਾ ਲਿਆ। ਫਿਰ ਕੀ ਹੋਇਆ? ਕਛੂ ਨਾ ਹੋਤ ਉਪਾਏ। ਉਹ ਸੱਚਮੁੱਚ ਬੰਦਾ ਬੜੀਆਂ ਟੱਕਰਾਂ ਮਾਰਦਾ, ਬੜੇ ਯਤਨ ਕਰਦਾ, ਪਰ ਕੋਈ ਵੀ ਯਤਨ ਕੰਮ ਨਹੀਂ ਆਉਂਦਾ। ਆਪਾਂ ਕਹਿੰਦੇ ਆ ਨਾ ਦਵਾਈ ਤਾਂ ਬਥੇਰੀ ਖਾਂਦੇ ਆ, ਪਰ ਲੱਗਦੀ ਕਿਉਂ ਨਹੀਂ ਪਈ? ਕਿਉਂਕਿ ਅੰਦਰੋਂ ਬੰਦਾ ਕਮਜ਼ੋਰ ਹੁੰਦਾ। ਪਰ ਕਹਿੰਦੇ ਕਛੂ ਨਾ ਹੋਤ ਉਪਾਏ, ਹੁਣ ਕੋਈ ਵੀ ਉਪਾਅ, ਕੋਈ ਵੀ ਯਤਨ ਜਿਹੜਾ ਉਹ ਕੰਮ ਨਹੀਂ ਆਉਂਦਾ ਪਿਆ। ਧਿਆਨ ਨਾਲ ਸੁਣਿਓ ਸਾਧ ਸੰਗਤ, ਧਿਆਨ ਨਾਲ ਖਿੰਡਣ ਦਿਓ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਤੇਰੇ ਅੰਦਰੋਂ ਬਲ ਖਤਮ ਹੋ ਗਿਆ, ਤੈਨੂੰ ਬੰਧਨਾਂ ਨੇ ਜਕੜ ਲਿਆ, ਤੇਰਾ ਕੋਈ ਯਤਨ ਕੰਮ ਨਹੀਂ ਆਉਂਦਾ ਪਿਆ। ਇਹ ਪਹਿਲੀ ਪੰਕਤੀ 'ਚ ਗੱਲ ਆ ਗਈ। ਕਹਿੰਦੇ ਫਿਕਰ ਨਾ ਕਰ, ਇੱਕ ਕੰਮ ਕਰ ਸੱਜਣਾ, ਤੇਰੇ ਅੰਦਰ ਬਲ ਆ ਜਾਏਗਾ, ਤੇਰੇ ਅੰਦਰ ਹਿੰਮਤ ਆ ਜਾਏਗੀ, ਤੇਰੇ ਸਾਰੇ ਬੰਧਨ ਤੇਰਾ ਖਹਿੜਾ ਛੱਡ ਜਾਣਗੇ। ਉਹ ਕੀ ਹੈ? ਮਰ ਕਹਿੰਦੇ ਅਰਦਾਸ ਕਰ। ਕੀ ਅਰਦਾਸ ਕਰ? ਲਓ ਸਲੋਕ ਰਲ ਕੇ ਪੜ੍ਹਨੇ ਆ ਤਾਂ ਕਿ ਜਵਾਨ ਤੇ ਸਾਡੇ ਇਹ ਬਚਨ ਚੜ ਜਾਏ। ਮਰ ਕਹਿੰਦੇ ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨਾ ਹੋਤ ਉਪਾਏ। ਫਿਰ ਕਹੋ ਨਾਨਕ ਅਬ ਓਟ ਹਰ, ਗੱਜ ਜਿਉ ਹੋ ਸਹਾਏ। ਕਹਿੰਦੇ ਫਿਕਰ ਨਾ ਕਰ, ਅਰਦਾਸ ਕਰ ਉਸ ਮਾਲਕ ਦੇ ਚਰਨਾਂ ਵਿੱਚ ਕਿ ਮਾਲਕਾ ਜਿਵੇਂ ਇੱਕ ਹਾਥੀ ਨੂੰ ਤੈਂਦੀਏ ਦੀ ਜਕੜ ਤੋਂ ਤੂੰ ਬਚਾਇਆ ਸੀ ਨਾ,
ਅੱਜ ਕਿਰਪਾ ਕਰ ਦੇ, ਮੈਨੂੰ ਵੀ ਕਈ ਤਰ੍ਹਾਂ ਦੇ ਜੰਜਾਲਾਂ ਨੇ ਘੇਰਾ ਪਾਇਆ, ਕਰ ਕਿਰਪਾ ਮੈਨੂੰ ਇਹਨਾਂ ਜੰਜਾਲਾਂ ਤੋਂ ਆਜ਼ਾਦ ਕਰਾ ਦੇ। ਕਿੰਨੇ ਕਮਾਲ ਦੇ ਬਚਨ, ਕਿੰਨੀ ਵਾਰ ਆਪਾਂ ਸੁਣੇ ਹੋਣਗੇ। ਇਹਦੇ ਪਿੱਛੇ ਚਲੇ ਜਾਇਓ, ਸ਼ਲੋਕ ਨੰਬਰ ਕਿਤੇ 52 ਤੇ ਜਾਇਓ ਸਾਧ ਸੰਗਤ, ਦੋਹਰੇ ਤੋਂ ਪਹਿਲਾਂ ਸਤਿਗੁਰਾਂ ਨੇ ਉੱਥੇ ਜੰਜਾਲ ਦੀ ਗੱਲ ਹੀ ਆਖੀ ਤੇ ਅੱਗੇ ਕਹਾਣੀ ਜੰਜਾਲ ਤੋਂ ਸ਼ੁਰੂ ਕੀਤੀ। ਉਹ ਪਾਵਨ ਬਚਨ ਕੀ ਸੀ? ਮਾਰ ਕਹਿੰਦੇ ਜੋ ਉਪਜਿਓ ਸੋ ਬਿਨ ਸਹਿ ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਇਲੇ ਛਾੜ ਸਗਲ ਜੰਜਾਲ। ਮਾਰ ਕਹਿੰਦੇ ਤੂੰ ਜੰਜਾਲਾਂ ਚੋਂ ਨਿਕਲ ਜਾਏਗਾ। ਕਦੋਂ? ਜਦੋਂ ਤੂੰ ਅਰਦਾਸ ਕਰੇਗਾ, ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਏ। ਜੋ ਤੂੰ ਇਸ ਤਰੀਕੇ ਨਾਲ ਨਿਆਸਰਾ ਹੋ ਕੇ ਗੁਰੂ ਅੱਗੇ ਡਿੱਗ ਪਏਗਾ, ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਸਿੱਖਾ ਤੇਰੇ ਡਿੱਗਣ ਵਿੱਚ ਦੇਰੀ ਹੋ ਸਕਦੀ, ਗੁਰੂ ਦੇ ਚੁੱਕਣ ਵਿੱਚ ਦੇਰੀ ਨਹੀਂ ਹੋ ਸਕਦੀ। ਸੱਚਮੁੱਚ ਸਾਨੂੰ ਡਿੱਗਣ ਦੀ ਜਾਂਚ ਨਹੀਂ ਜੇ ਆਂਦੀ ਪਈ। ਮੈਂ ਸਵੇਰੇ ਵੀ ਕਥਾ ਕਰਦਿਆਂ ਬੇਨਤੀ ਕਰਦਾ ਪਿਆ ਸਾਂ, ਆਪਣਾ ਆਪਣਾ ਸੁਭਾਅ ਹੁੰਦਾ ਜੇ। ਯਕੀਨ ਜਾਣਿਓ ਕੋਈ ਐਸਾ ਬਚਨ ਕਈ ਵਾਰੀ ਜ਼ੁਬਾਨ ਤੋਂ ਨਿਕਲਦਾ, ਪੂਰੇ ਰੋਕਣ ਦੇ ਖੜੇ ਹੋ ਜਾਂਦੇ ਆ। ਅਸੀਂ ਰੋਜ਼ ਗੁਰਦੁਆਰੇ ਆਉਂਦੇ ਹਾਂ ਪਰ ਡਿੱਗਣ ਦੀ ਜਾਂਚ ਨਹੀਂ ਜੇ ਆਈ। ਕੋਈ ਬਿਰਲੀ ਰੂਹ ਜਿਹੜੀ ਮਨ ਕਰਕੇ ਤਨ ਕਰਕੇ ਗੁਰੂ ਅੱਗੇ ਡਿੱਗ ਪੈਂਦੀ ਆ, ਉਹਦੀਆਂ ਅੱਖਾਂ ਗਵਾਹੀ ਭਰਦੀਆਂ ਨੇ। ਲਓ ਮੈਂ ਅਗਲਾ ਸ਼ਲੋਕ ਲੈਣਾ ਚਾਹੁੰਦਾ। ਮਾਰ ਕਹਿੰਦੇ ਜਦੋਂ ਅਰਦਾਸ ਕਰੇਗਾ ਫਿਰ ਤੇਰੇ ਅੰਦਰ ਕੀ ਪਰਿਵਰਤਨ ਆਏਗਾ। ਤੁਹਾਡਾ ਦਿਲ ਨਹੀਂ ਕਰੇਗਾ ਬਾਣੀ ਛੱਡਣ ਨੂੰ। ਸਾਧ ਸੰਗਤ ਮੈਂ ਦਾਅਵੇ ਨਾਲ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ, ਜਦੋਂ ਗੱਲ ਦੀ ਸਮਝ ਆਏਗੀ। ਮਾਰ ਕਹਿੰਦੇ ਜਦੋਂ ਤੂੰ ਅਰਦਾਸ ਕਰੇਗਾ ਤੇਰੇ ਅੰਦਰ ਕੀ ਹਿੰਮਤ ਆਏਗੀ, ਤੇਰੇ ਅੰਦਰ ਕੀ ਬਲ ਆਏਗਾ, ਤੇਰੇ ਅੰਦਰ ਕੀ ਤਬਦੀਲੀ ਆਏਗੀ। ਤੂੰ ਕਹਿ ਦੇਗਾ ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ। ਪਹਿਲੇ ਸੀ ਕਿ ਕੋਈ ਵੀ ਉਪਾਏ ਕੰਮ ਨਹੀਂ ਸੀ ਆ ਰਿਹਾ, ਕੋਈ ਵੀ ਯਤਨ ਕੰਮ ਨਹੀਂ ਸੀ ਆ ਰਿਹਾ। ਤੂੰ ਅਰਦਾਸ ਕਰਕੇ ਦੇਖ, ਤੇਰੇ ਅੰਦਰ ਆਤਮਿਕ ਬਲ ਆ ਜਾਏਗਾ, ਤੈਨੂੰ ਸਾਰੇ ਬੰਧਨ ਜਿਹੜੇ ਛੱਡ ਦੇਣਗੇ, ਤੇਰਾ ਹਰ ਇੱਕ ਹੀ ਲਵ ਸੀਲਾ ਕੰਮ ਆ ਜਾਏਗਾ। ਠੀਕ ਹੈ ਜੀ, ਇੱਥੇ ਤੱਕ ਗੱਲ ਪਹੁੰਚੀ। ਉਹ ਸਤਿਗੁਰਾਂ ਨੇ ਹਰ ਇੱਕ ਗੱਲ ਦਾ ਧਿਆਨ ਰੱਖਿਆ। ਦੇਖੋ ਇੱਕ ਇੱਕ ਪੰਕਤੀ ਤੇ ਰੁਕੋ ਤੇ ਗੱਲ ਫਿਰ ਸਮਝ ਆਉਂਦੀ। ਮਾਰ ਕਹਿੰਦੇ ਠੀਕ ਹੈ ਤੇਰੇ 'ਚ ਬਲ ਆ ਗਿਆ, ਤੂੰ ਅਰਦਾਸ ਕੀਤੀ, ਤੈਨੂੰ ਬੰਧਨਾਂ ਨੇ ਆਜ਼ਾਦ ਕਰ ਦਿੱਤਾ, ਤੇਰਾ ਹਰ ਇੱਕ ਹੀ ਲਵ ਸੀਲਾ ਕੰਮ ਆ ਗਿਆ। ਪਰ ਦੇਖੀ ਕਿਤੇ ਹੰਕਾਰੀ ਨਾ ਬਣ ਜਾਏ। ਉਹਨੇ ਇੱਥੇ ਇਹ ਵੀ ਗੱਲ ਦਾ ਧਿਆਨ ਰੱਖਿਆ। ਹੁਣ ਕਹਿ ਦਿੱਤਾ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਏ। ਇਹ ਮਾਲਕਾ ਅਗਰ ਮੈਂ ਇਹ ਚੀਜ਼ ਨੂੰ ਹਾਸਲ ਕੀਤਾ, ਮੇਰੇ ਅੰਦਰ ਬਲ ਆਇਆ, ਮੇਰੇ ਬੰਧਨ ਜਿਹੜੇ ਨਾ ਮੈਂ ਬੰਧਨਾਂ ਤੋਂ ਆਜ਼ਾਦ ਹੋ ਗਿਆ, ਮੇਰਾ ਹਰ ਇੱਕ ਹੀ ਲਵ ਸੀਲਾ ਕੰਮ ਆਉਂਦਾ ਪਿਆ, ਤਾਂ ਉਹਦਾ ਕਾਰਨ ਹੈ ਤੇਰੀ ਕਿਰਪਾ। ਤੇਰੀ ਕਿਰਪਾ ਤੋਂ ਬਿਨਾਂ ਤੇ ਪੱਤਾ ਵੀ ਨਹੀਂ ਹਿਲ ਸਕਦਾ, ਤੇਰੀ ਕਿਰਪਾ ਤੋਂ ਬਿਨਾਂ ਮੈਂ ਇੱਕ ਕਦਮ ਵੀ ਨਹੀਂ ਪੁੱਟ ਸਕਦਾ। ਸਤਿਗੁਰਾਂ ਨੇ ਹਰ ਗੱਲ ਦਾ ਧਿਆਨ ਰੱਖਿਆ। ਲਓ ਫਿਰ ਸਾਧ ਸੰਗਤ ਧਿਆਨ ਲੈ ਜਾਓ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਵਿੱਚ। ਸਾਧ ਸੰਗਤ ਹਾਲਾਂਕਿ ਦਿਲ ਕੱਢਦਾ ਸੀ ਇਹਨਾਂ ਦੋ ਸ਼ਲੋਕਾਂ ਨੂੰ ਹੋਰ ਖੋਲੀਏ, ਪਰ ਮੇਰਾ ਇੱਕ ਵਿਸ਼ਵਾਸ ਹੈ ਜਦੋਂ ਆਪਾਂ ਕਿਸੇ ਵੀ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਈਏ ਨਾ, ਯਤਨ ਕਰਨਾ ਉਸ ਗੁਰੂ ਪਾਤਸ਼ਾਹ ਦੇ ਜੀਵਨ ਤੇ ਇੱਕ ਪੰਛੀ ਝਾਤ ਜ਼ਰੂਰ ਮਾਰਨੀ। ਸਾਧ ਸੰਗਤ ਕਿਉਂਕਿ ਗੁਰੂਆਂ ਦਾ ਜੀਵਨ ਸਾਡੇ ਵਰਗਾ ਨਹੀਂ ਹੈ। ਮੈਂ ਆਪਣੇ ਜੀਵਨ ਦੀ ਕੋਈ ਇੱਕ ਵਾਰ ਕਹਾਣੀ ਸੁਣਾਂਗਾ, ਦੋ ਵਾਰ ਸੁਣਾਂਗਾ, ਫਿੱਕੀ ਪੈ ਜਾਣੀ ਹੈ। ਤੁਸੀਂ ਕਹਿਣਾ ਚੁੱਪ ਕਰ, ਇੱਕ ਵਾਰ ਸੁਣਾਈ ਹੈ ਬਸ ਕਰ। ਪਰ ਗੁਰੂ ਦਾ ਇਹੋ ਜਿਹਾ ਜੀਵਨ ਨਹੀਂ ਹੈ। ਗੁਰੂ ਦਾ ਜੀਵਨ ਤੁਸੀਂ ਬਾਰ-ਬਾਰ ਸੁਣਾਓਗੇ, ਉਨਾ ਰਸ ਵੱਧਦਾ ਜਾਏਗਾ। ਮਰ ਕਹਿੰਦੇ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਿਤਾਰ। ਉਹ ਨਿਤ ਨਵਾਂ ਹੈ ਨਾ, ਉਹਦੀਆਂ ਬਾਤਾਂ ਵੀ ਨਿਤ ਨਵੀਆਂ ਨੇ। ਤੁਸੀਂ 1000 ਵਾਰ ਸੁਣੋ, ਰਸ ਵੱਧਦਾ ਹੀ ਜਾਣਾ, ਵੱਧਦਾ ਹੀ ਜਾਣਾ, ਰਸ ਵਿੱਚ ਘਾਟਾ ਨਹੀਂ ਆਉਣਾ। ਲਓ ਫਿਰ ਸਾਧ ਸੰਗਤ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਹੜਾ ਤਰੀਕਾ ਦੱਸਿਆ ਕਿ ਤੈਨੂੰ ਕਿਵੇਂ ਬੰਧਨ ਤੇਰਾ ਖਹਿੜਾ ਛੱਡ ਸਕਦੇ ਨੇ, ਉਹਨਾਂ ਦਾ ਜੀਵਨ ਪੜ੍ਹ ਕੇ ਦੇਖਿਓ ਤੇ ਇਹੀ ਤੇ ਸਿੱਖਿਆਵਾਂ ਮਿਲਦੀਆਂ ਨੇ। ਸਾਧ ਸੰਗਤ ਗੁਰੂ ਰਾਮਦਾਸ ਮਹਾਰਾਜ ਦਾ ਇੱਕ ਸ਼ਬਦ ਪੜ੍ਹ ਲਿਓ ਜਦੋਂ ਕਿਸੇ ਵੀ ਗੁਰੂ ਪਾਤਸ਼ਾਹ ਦਾ ਜੀਵਨ ਵੇਖਣਾ ਹੋਏ। ਉਹ ਸ਼ਬਦ ਹੈ ਸਤ ਧਰਤੀ ਪਈ ਹਰਿਆਵਲੇ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪਏ ਹਰਿਆਵਲੇ, ਜਿਹਨੂੰ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ। ਇਹ ਸਾਰੇ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਪੂਰਾ ਇਤਿਹਾਸ ਭਰ ਕੇ ਰੱਖ ਦਿੱਤਾ ਜੀ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨ ਡਿੱਠਾ ਤਿਨਾ ਲੈ ਛਡਾਏ। ਹਰ ਸਤਿਗੁਰ ਮੇਲੋ ਦਿਆ ਕਰ ਜਨ ਨਾਨਕ ਧੋਵੈ ਪਾਏ। ਪੂਰਾ ਇਤਿਹਾਸ ਜੀ ਕਿ ਉਹ ਕੁੱਲ ਕਿਹੜੀ ਸੀ, ਉਹ ਥਾਂ ਕਿਹੜੀ ਸੀ, ਉਹ ਮਾਂ ਬਾਪ ਕੌਣ ਸਨ, ਉਹ ਸੱਚਮੁੱਚ ਕਿਹੜੇ ਲੋਕ ਸਨ ਜਿਨ੍ਹਾਂ ਨੂੰ ਪਹਿਲਾਂ ਆ ਕੇ ਗੁਰੂ ਦਾ ਦੀਦਾਰ ਕੀਤਾ। ਲਓ ਫਿਰ ਉਹ ਕੁੱਲ ਕਿਹੜੀ ਸੀ ਜਿਸ ਬਾਰੇ ਭੱਟ ਸਾਹਿਬਾਨ ਕਹਿੰਦੇ ਨੇ ਸੋਢੀ ਸ੍ਰਿਸ਼ਟ ਸਗਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਕੁੱਲ ਹੈ ਉਹ ਗੁਰੂ ਰਾਮਦਾਸ ਮਹਾਰਾਜ ਜਿਹਦੀ ਸੰਸਾਰ ਤੇ ਜੈ ਜੈਕਾਰ ਹੋ ਰਹੀ ਹੈ। ਭੱਟ ਸਾਹਿਬਾਨਾਂ ਦਾ ਇੱਕ ਸਵਈਆ ਤੁਹਾਡੇ ਸਨਮੁਖ ਰੱਖਣਾ ਜੀ। ਤੁਸੀਂ ਬੜੇ ਪਿਆਰ ਨਾਲ ਸੁਣਦੇ ਪਿਓ, ਇਹੋ ਟਿਕਾਊ ਬਣਾ ਕੇ ਰੱਖਿਓ। ਸੱਚਮੁੱਚ ਉਹ ਸ਼ਬਦ ਜਿਹੜਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਦੀ ਸਿਫਤ ਵਿੱਚ, ਗੁਰੂ ਰਾਮਦਾਸ ਮਹਾਰਾਜ ਦੀ ਸਿਫਤ 'ਚ ਉਚਾਰਿਆ, ਲੇਕਿਨ ਸ਼ੁਰੂਆਤ ਗੁਰੂ ਨਾਨਕ ਤੋਂ ਕੀਤੀ ਜੀ। ਸੁਣਿਓ ਚਾਰ ਕੁ ਪੰਕਤੀਆਂ ਦਾ ਸਵਈਆ ਜੀ।
ਮਰ ਕਹਿੰਦੇ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ, ਅੰਗਦ ਅਨੰਤ ਮੂਰਤ ਨਿਜ ਧਾਰੀ, ਅਗੰਮ ਗਿਆਨ ਰਸ ਰਸਿਓ ਹੀਓ, ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹੋ ਵਾਹੋ ਕਰਤੇ ਆਇਓ, ਹੋਇਆ ਕਿ ਸ੍ਰੀ ਗੁਰੂ ਰਾਮਦਾਸ ਜਿਉ ਜੈ ਜਗ ਮੈਂ, ਤੈ ਹਰ ਪਰਮ ਪਦ ਪਾਇਓ। ਇਹ ਗੁਰੂ ਰਾਮਦਾਸ ਤੇਰੀ ਜੈ ਜੈਕਾਰ ਤਾਂ ਸੰਸਾਰ ਤੇ ਹੋ ਰਹੀ ਹੈ ਕਿਉਂਕਿ ਤੇਰੇ ਕੋਲ ਗੁਰੂ ਨਾਨਕ ਦੀ ਕੀਤੀ ਹੋਈ ਕਮਾਈ ਸੀ। ਤੇਰੀ ਜੈ ਜੈਕਾਰ ਤਾਂ ਹੋ ਰਹੀ ਹੈ ਤੇਰੇ ਕੋਲ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਕਮਾਈ ਸੀ, ਗੁਰੂ ਅਮਰਦਾਸ ਮਹਾਰਾਜ ਦੀ ਕਮਾਈ ਸੀ। ਅੱਜ ਤੂੰ ਇਸ ਮਰਤਬੇ ਤੇ ਪਹੁੰਚ ਗਿਆ ਹੈ ਗੁਰੂ ਰਾਮਦਾਸ ਮਹਾਰਾਜ। ਐਵੇਂ ਨਹੀਂ ਲੋਕ ਕਹਿ ਰਹੇ ਕਿ ਸੋਢੀ ਸ੍ਰਿਸ਼ਟ ਸਗਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਉਹ ਕੁੱਲ ਹੈ ਜੀ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਗ੍ਰਹਿ ਵਿਖੇ 3 ਸਪੁੱਤਰਾਂ ਦਾ ਜਨਮ ਹੁੰਦਾ। ਸਭ ਤੋਂ ਵੱਡੇ ਬਾਬਾ ਪ੍ਰਿਥੀ ਚੰਦ, ਛੋਟੇ ਮਹਾਦੇਵ ਤੇ ਸਭ ਤੋਂ ਛੋਟੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ। ਸਮਾਂ ਚੱਲਦਾ ਗਿਆ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਘਰ ਇਕਲੌਤੀ ਸੰਤਾਨ, ਉਹ ਕੌਣ? ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਗ੍ਰਹਿ ਵਿਖੇ 5 ਸਪੁੱਤਰਾਂ ਦਾ ਤੇ 1 ਸਪੁੱਤਰੀ ਦਾ ਜਨਮ ਹੁੰਦਾ ਹੈ। ਰੁਕ ਕੇ ਬੇਨਤੀ ਕਰ ਲਗਾ, ਮਨ ਬਿਰਤਿਆਂ ਨੂੰ ਕਾਗਰ ਕਰਕੇ ਰੱਖਿਓ ਸਾਧ ਸੰਗਤ। ਇਹ ਬੜੇ ਜਨਮਾਂ ਦੀ ਸੁਰਤੀ ਮੈਲੀ ਜੇ, ਇਹ ਕਿੱਥੇ ਟਿਕਦੀ ਹੈ? ਮੇਰੇ ਗੁਰੂ ਪਾਤਸ਼ਾਹ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਓ, ਖੰਦਲੀ ਧੋਤੀ ਉਜਲੀ ਨਾ ਹੋਵੇ, ਜੇ ਸੋ ਧੋਬਨ ਪਾਓ। ਪਰ ਅਰਦਾਸ ਕਰਿਓ ਮਾਲਕਾ, ਮੈਂ ਸੁਰਤੀ ਕਰਕੇ ਤੇਰੇ ਨਾਲ ਨਾਲ ਤੁਰਨਾ ਚਾਹੁੰਦਾ। ਦੇਖਿਓ ਸੁਰਤੀ ਪਵਿੱਤਰ ਹੁੰਦੀ ਕਿ ਨਹੀਂ ਹੁੰਦੀ ਸਾਧ ਸੰਗਤ ਜੀ। ਪੂਰੀ ਸੁਰਤੀ ਜੋੜ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪੈਂਡੇ ਨਾਲ ਤੁਰਦੇ ਜਾਇਓ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਗ੍ਰਹਿ ਵਿਖੇ 5 ਪੁੱਤਰ 1 ਸਪੁੱਤਰੀ ਦਾ ਜਨਮ ਹੁੰਦਾ ਹੈ। 1 ਮਿੰਟ ਵਿੱਚ ਬੇਨਤੀ ਕਰ ਦੇਣਾ, ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, ਛੋਟੇ ਨੇ ਬੀਬੀ ਬੀਰੋ ਜੀ ਸਪੁੱਤਰੀ, ਉਸ ਤੋਂ ਛੋਟੇ ਬਾਬਾ ਅਟਲ ਜੀ, ਬਾਬਾ ਅਨੀ ਰਾਏ ਜੀ, ਬਾਬਾ ਸੂਰਜਮਲ ਜੀ, ਤੇ ਸਭ ਤੋਂ ਛੋਟੇ ਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ। ਥੋੜ੍ਹਾ ਜਿਹਾ ਉਦਮ ਕਰੀਏ ਜੀ। ਮੈਂ ਤਾਂ ਸੱਚਮੁੱਚ ਜਿੰਨੇ ਦੀਵਾਨਾਂ 'ਚ ਕਥਾ ਕੀਤੀ ਹੈ, ਮੈਂ ਕਿਹਾ ਸਾਡੇ ਕਿੱਡੇ ਕਿੱਡੇ ਵੱਡੇ ਕੁਟੁੰਬ ਨੇ, ਉਹ ਸਾਨੂੰ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਨਾਮ ਯਾਦ ਨੇ, ਪਰ ਜਦੋਂ ਕਿਤੇ ਗੁਰੂ ਪਾਤਸ਼ਾਹ ਦੇ ਨਾਮਾਂ ਦੀ ਗੱਲ ਆਵੇ ਕਹਿੰਦੇ ਯਾਦ ਹੀ ਨਹੀਂ ਹੁੰਦੇ। ਉਹਦਾ ਕਾਰਨ ਪਤਾ ਕੀ ਹੈ? ਇੱਕ ਬਚਨ ਸਤਿਗੁਰਾਂ ਨੇ ਕਿਹਾ, ਕਹਿੰਦੇ ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਅਸੀਂ ਸਭ ਕੁਝ ਆਪਣਾ, ਸਾਡੇ ਦਾਦੇ ਪੜਦਾਦੇ ਪੋਤਰੇ ਪੜਪੋਤਰਿਆਂ ਦੇ ਨਾਮ ਯਾਦ ਨੇ, ਪਰ ਗੁਰੂ ਪਾਤਸ਼ਾਹ ਦੀ ਗੱਲ ਆਵੇ ਸਾਨੂੰ ਨਾਮ ਯਾਦ ਨਹੀਂ ਹੁੰਦੇ। ਮੈਂ ਵਿਸਾਖੀ ਵਾਲੇ ਦਿਨ ਇੱਕ ਗੱਲ ਆਖੀ ਸੀ, ਗੁੱਸਾ ਨਾ ਮਨਾਇਓ ਸਾਧ ਸੰਗਤ, ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ 50% ਐਸੀ ਸੰਗਤ ਮਿਲੇਗੀ ਜਿਨ੍ਹਾਂ ਨੂੰ 5 ਪਿਆਰਿਆਂ ਦੇ ਨਾਮ ਤੱਕ ਯਾਦ ਨਹੀਂ ਹੈ ਸਾਧ ਸੰਗਤ। ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਉਹ ਜਿਨ੍ਹਾਂ ਨੇ ਆਪਣਾ ਸੀਸ ਤੱਕ ਗੁਰੂ ਅੱਗੇ ਅਰਪਣ ਕਰ ਦਿੱਤਾ, ਘੱਟੋ ਘੱਟ ਉਹਨਾਂ ਦਾ ਨਾਮ ਤੇ ਸਾਨੂੰ ਯਾਦ ਹੋਣ ਜੇ। ਇੰਨੇ ਕੁ ਅਸੀਂ ਅੰਦਰੋਂ ਕਮਜ਼ੋਰ ਹੋ ਗਿਆ, ਫਿਰ ਬੰਧਨਾਂ ਦੇ ਤੇ ਘੇਰਾ ਪਾਉਣਾ ਹੀ ਹੈ ਨਾ। ਜਦੋਂ ਆਤਮਿਕ ਤੌਰ ਤੇ ਕਮਜ਼ੋਰ ਹੋ ਗਏ, ਕੋਈ ਔਖਾ ਕੰਮ ਨਹੀਂ ਹੈ, ਬਸ ਕਰਨ ਦਾ ਥੋੜ੍ਹਾ ਜਿਹਾ ਯਤਨ ਕਰੀਏ, ਸਭ ਕੁਝ ਹੋ ਜਾਂਦਾ ਜੀ। ਉਹ ਸਮਾਂ ਸੀ 1 ਅਪ੍ਰੈਲ 1621 ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਕਿਹੜੀ ਧਰਤੀ ਹੈ ਕੁੱਲ ਦਾ ਪਤਾ ਲੱਗਾ, ਧਰਤੀ ਸ੍ਰੀ ਅੰਮ੍ਰਿਤਸਰ ਦੀ। ਗੁਰੂ ਕੇ ਮਹਿਲ ਵਿਖੇ ਅੰਮ੍ਰਿਤ ਵੇਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਮਾਤਾ ਨਾਨਕੀ ਦੀ ਕੁੱਖ ਤੋਂ ਅਵਤਾਰ ਹੁੰਦਾ ਜੀ। ਉਸ ਮੌਕੇ ਪਿਤਾ ਗੁਰੂ ਹਰਗੋਬਿੰਦ ਪਾਤਸ਼ਾਹ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਚਾਪੜਾ ਮਾਰ ਕੇ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰਦੇ ਪਏ ਨੇ। ਮੈਂ 3-4 ਦੀਵਾਨਾਂ 'ਚ ਗੱਲ ਕੀਤੀ, ਇਤਿਹਾਸ ਪੜ੍ਹਨ ਦਾ ਸੁਣਨ ਦਾ ਤਾਂ ਹੀ ਲਾਭ ਜੇ ਕੋਈ ਸੇਧ ਲਈਏ ਸਾਧ ਸੰਗਤ। ਯਕੀਨ ਜਾਣਿਓ, ਇੱਕ ਸਿੱਖ ਨੇ ਆ ਕੇ ਮੈਸੇਜ ਦਿੱਤਾ, ਹੇ ਗੁਰੂ ਹਰਗੋਬਿੰਦ ਪਾਤਸ਼ਾਹ, ਅੱਜ ਤੁਹਾਡੇ ਘਰ 6ਵੀਂ ਸੰਤਾਨ ਨੇ ਜਨਮ ਲਿਆ। ਕੰਨਾਂ ਵਿੱਚ ਆਵਾਜ਼ ਪਈ ਹੈ, ਪਰ ਮੇਰੇ ਗੁਰੂ ਹਰਗੋਬਿੰਦ ਪਾਤਸ਼ਾਹ ਉੱਠੇ ਨਹੀਂ ਸਾਧ ਸੰਗਤ। ਅੱਜ ਘਰਾਂ ਵੱਲ ਝਾਤ ਮਾਰਿਓ ਕਿਤੇ। ਯਕੀਨ ਜਾਣਿਓ, ਸਾਡੇ ਘਰਾਂ 'ਚ ਕੋਈ ਇਹੋ ਜਿਹੀ ਖੁਸ਼ਖਬਰੀ ਹੋਵੇ, ਬਾਹਰੋਂ ਕੋਈ ਮਾੜਾ ਜਿਹਾ ਇਸ਼ਾਰਾ ਕਰੇ, ਅਸੀਂ ਮੈਂ ਕਹਿੰਦਾ ਕਥਾ ਕੀਰਤਨ ਤੇ ਕਿਤੇ ਰਹੀ, ਹੁਕਮਨਾਮਾ ਚੱਲਦਾ ਹੋਵੇ ਤਾਂ ਵੀ ਛੱਡ ਕੇ ਨੱਸ ਜਾਂਦੇ ਹਾਂ। ਫਿਰ ਕਹਿੰਦੇ ਆ ਪੰਜਾਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗਾਂ ਦੀ ਬੇਅਦਬੀ ਹੋਈ। ਉਹ ਭਲਿਆ, ਉਹ ਤੇ ਬੇਅਦਬੀ ਠੀਕ ਹੈ, ਪਰ ਅਸੀਂ ਵੀ ਕੋਈ ਘੱਟ ਨਹੀਂ ਕਰਦੇ ਪਏ। ਉਹ ਗੁਰੂ ਦਾ ਹੁਕਮ ਚੱਲਦਾ ਹੋਵੇ, ਕੋਈ ਬਹੁਤੀ ਮੁਸੀਬਤ ਹੋਵੇ ਤੇ ਚਲੋ ਬੰਦਾ ਬਖਸ਼ਿਆ ਜਾ ਸਕਦਾ, ਪਰ ਸੱਚਮੁੱਚ ਕੋਈ ਜ਼ਿਆਦਾ ਕੰਮ ਵੀ ਨਹੀਂ ਹੁੰਦਾ ਤਾਂ ਵੀ ਬੰਦਾ ਉੱਠ ਕੇ ਨਿਕਲ ਜਾਂਦਾ। ਉਹ ਗੁਰੂ ਹਰਗੋਬਿੰਦ ਪਾਤਸ਼ਾਹ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬੈਠ ਕੇ ਆਸਾ ਕੀ ਵਾਰ ਦੇ ਕੀਰਤਨ ਦੀ ਸੰਪੂਰਨਤਾ ਕੀਤੀ, ਮੱਥਾ ਟੇਕ ਕੇ ਉੱਠੇ। ਜਦੋਂ ਘਰ ਆਏ, ਨਾਲ ਕੌਣ ਨੇ? ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਉਹ ਕੌਣ ਨੇ? ਭਾਈ ਸਾਹਿਬ ਭਾਈ ਬਿਧੀ ਚੰਦ ਜੀ, ਬਾਬਾ ਬੁੱਢਾ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਨਾਲ ਨੇ ਜੀ। ਆਏ ਗੁਰੂ ਕੇ ਮਹਿਲ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਾਲਕ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਬੜੀ ਭਾਵਨਾ ਦੇ ਨਾਲ, ਬੜੇ ਪਿਆਰ ਨਾਲ ਵੇਖਿਆ। ਭਾਈ ਬਿਧੀ ਚੰਦ ਨੇ ਨਾਲ ਹੀ ਝੱਟ ਪੁੱਛਿਆ, ਕਹਿਣ ਲੱਗੇ, ਮਾਲਕਾ, ਅੱਗੇ ਵੀ ਤੇ 5 ਸੰਤਾਨਾਂ ਤੁਹਾਡੇ ਘਰ 'ਚ ਆਈਆਂ ਨੇ,
पर इस बच्चे नूं बड़ी भावना नाल बड़े प्यार नाल देखदे भी गल की है, ये कोई वखरा। सचमुच उत्थे फिर गुरु हरगोबिंद पातशाह ने एक गल आखी सी, भाई साहब भाई बिधि चंद जी, ये कोई आम रूह नहीं है। तो मैं सलोक लिया से, बल छुट के ओ बंधन परे कछु ना होत उपाय, कहो नानक अब ओट हर गज ज्यों हो सहाय, बल हुआ बंधन छुटे तुहाडे बंधन छुट जाणगे। एक बार गुरु तेग बहादुर पातशाह का जीवन पढ़ के वेखिए, गुरु तेग बहादुर पातशाह का जीवन सुन के वेखिए साध संगत। उत्थे कहते भाई बिधि चंद जी, ये कोई आम रूह नहीं है, ये सचमुच एक गरीबां की रक्षा करने वास्ते ते संसार के संकट खत्म करने वास्ते आई है। कहने लगे अच्छा, इतिहास ने बचन संभाल के रखे जी। कहने लगे दीन रक्षक संकट हरै जेही सदा पहचान। सतगुरां ने सलोकां की संपूर्णता भी इत्थे जाके की जी। आखिरी सलोक किते पढ़ के देखियो, मेरे पातशाह कहते हैं ਜਿਹੜੇ जिंदगी का आधार परमात्मा के नाम नूं बना लैंदे ने, उन्हां दे जीवन के सारे संकट खत्म हो जाते। लास्ट सलोक जी मार कहते राम नाम और मैं गहियो जा कै सम नहीं कोए, जे सिमरत संकट मिटै दर्श तुहारो होए। उन्हां दे जीवन के सारे संकट सारे कलेश खत्म हो जाते हैं। कहने लगे ये वो रूह है जिन गरीबां की रक्षा करनी है तो संसार के संकट खत्म करने ने। बाबा बुढ़ा जी सामने आए, अखां भरियां बाबा बुढ़ा जी दियां वो कमाई वालियां रूहां संसार संगत। असीं कई बारी जाने अनजाने विच कह दिंदे आ कि असीं भी गुरु वर्गे ही हाँ, अज 4 किताबां पढ़ लईआं। कहने लगे साडे विच ते गुरु विच की फर्क है, जो कुछ गुरु ने कीता आपां भी कर सकते हैं। ओ भलिओ, असीं किते मूल मंत्र दा पाठ नहीं चज नाल कीता होना ते मुकाबला गुरुआं नाल करने पे। वो सचमुच अंदरों बाहरों जुड़ियां होईयां रूह सन। उन्हां वास्ते गुरु अर्जन देव पातशाह ने कहा मन साचा मुख साचा सोए, अवर ना भेखा एक सबिन कोए, नानक ए लक्षण ब्रह्म ज्ञानी होए। ये ब्रह्म ज्ञानी बाबा बुढ़ा जी ते टुकदा। बाबा बुढ़ा जी ने गुरु तेग बहादुर पातशाह नूं दर्शन कीते ते एक बचन आख्या जी। कहन लगे हे मालक, हे परमात्मा, अज मैनूं पता लगा तू मैनूं इन्नी लंबी उम्र क्यों दिती है, इन्ना लंबा सफ़र क्यों तय करने वास्ते आख्या, इन्नी लंबी उम्र क्यों दिती। उहदा कारण क्योंकि मैं तेरे वर्गे तपस्वी दे दर्शन करने सी, मैनूं जल्दी अगे तुरना पैना। साध संगत यकीन चाहने जो मैं गुरु का जीवन साझा करदा मेरे जुबान तो बचन निकल जाता, क्योंकि लड़ीवार कथा करने वालियां खेडां ने जी। ये बाल अवस्था में ही एक दिन का दीवान निकलता साध संगत, क्योंकि लंबियां गल्लां ने मेरे गुरु दियां। साडी सोच खत्म हो सकती, गुरु दियां बातां खत्म नहीं हो सकदियां जी। 4 साल की उम्र होंदी गुरु तेग बहादुर पातशाह की, घर में शादी होंदी है। सारे विद्वानां जी हर एक प्रचारक ने इस साखी नूं कोड कीता, लेकिन अपने अपने तरीके नाल पेश किया जी। साखियां तो उही रहनियां ने, पर किसी च किन्नी कुछ भावना है बुलारे च, वो उस भावना विचों फिर वो साखी उस तरीके नाल बयान करदा ताकि सरोते दे दिल ते असर हो जाए। 4 साल की उम्र बाबा गुरदित्ता जी की शादी, बरात तैयार हुई तो घरों निकली बाहर। वो पिंडां दा नज़ारा अखां दे सामने लैके आयो जी। कैसा समा सी, अज तो समा बदल गया जी। कोई बरात एक घर विचों निकलती सी, लोग छत्तां ते चढ़ के दीवारां ते बैठ के गलियां च खलो के बरात नूं देखदे सन। उहो जिहा नज़ारा सी उस मौके भी जी। लोग देखते पे ना, गुरु तेग बहादुर पातशाह सोहनी पोशाक पा के बाहर निकले। जो सारे लोगों नूं वेखिया ते नाल की वेखिया, देखद्यां देखद्यां निगाह चल गई एक छोटे जे बच्चे ते जिहड़ा पूरे लोगों तो पिछे जाके खड़ा है। गुरु तेग बहादुर पातशाह सारे लोगों नूं छड्डदे होए जा उस बच्चे कोल पहुंचे, जाके पुछया भरावा तू क्यों नहीं अगे होके बरात वेखदा पिया, तेरे अगे इन्नी भीड़ इकट्ठी हुई है, तैनूं कोई बरात लभदी थोड़ी पई है, तू अगे आके बरात देख। अगों जवाब पता की मिलिया, कहंदा भरावा मैं अगे आके खड़ा किवें करां, ओ मां मेरे तन ते कोई वस्त्र नहीं, मैं नगेज विच आं, मैनूं ये लोग कित्थे प्रवान करनगे, मैं गरीबड़ा जा, ये मैनूं धक्के मार के पिछे कर देणगे। पर गुरु नानक दा घर, पहला काम गुरु तेग बहादुर पातशाह ने अपनी पोशाक उतारी, वो कीमती पोशाक उतार के ते उस बच्चे दे गल पहनाई। इत्थे गल नहीं पुजी, उस गुरु तेग बहादुर पातशाह त्याग दी मूर्त ने उस बच्चे नूं बांह तों पकड़िया, जिहड़े लोग बरात देखते पे सन उन्हां दे अगे जाके खड़ा कर दिता। कहंदा लै भरावा तू अगे होके देख, तू क्यों निराश हुंदा कि मैं पिछे होके देखना। मैनूं उत्थे बचन चेते आ गया जे, मेरा गुरु नानक कहंदा नीचा अंदर नीच जात, नीची हूँ अत नीच, नानक तिनके संग साथ, बड़ियां स्यों क्या रीस। मेरा गुरु तेग बहादुर पातशाह उस बच्चे दे नाल खड़ा होया,
कहता देख सजना बरात तू सब दे अगे खड़े हो के। घर पुजे गुरु तेग बहादुर पातशाह। माता नानकी ने पूछा बेटा असी तो साखियां के अर्थ ही बदल दिते जी। माता नानकी ने पूछा कित्थे आ पोशाक? तो गुरु तेग बहादुर पातशाह आख्या कि कोई बच्चा नंगेज विच खड़ा सी तो मैं उसनों पोशाक दे के आ गया। एक सज्जन ने लिख दिता माता नानकी ने डांटिया कि इन्नी कीमती पोशाक सी। वो भले माता नानकी ने तो खुशी मनाई होनी है कि अज मैं जिहड़ी बच्चे की परवरिश की सी सचमुच उहदी आउटपुट निकली है। मापे खुश होंदे ने जी कि सचमुच मैं जो संस्कार बच्चे नूं दिते सन वो अज दुनिया के सामने आए। माता नानकी ने आख्या बेटा कोई गल नहीं भला काम कीता ही, तेरे कोल पोशाकां दा घाटा थोड़ी है। अज आम परिवार भी तुसीं देखो किते ब्याह शादी हुंदी है तो कोई एक पोशाक नहीं तैयार की जाती, तीन तीन चार चार ड्रैस जिहड़े तैयार किए जाते ना। अज अलमारियां खोल के देखो, पहला चिंता हुंदी सी कपड़ा नहीं मिलता, हुण चिंता हुंदी है पावां किहड़ा। साध संगत ये हालत हो गई है। यकीन जानियो वो माता नानकी ने दूसरी पोशाक दे दी। दूसरी पोशाक निकली। बरात का समा से इत्थे गल होर कोड कर दियां। उस ब्याह विच करतारपुर तो भाई लाल चंद भी आए ने जी, उहदे घर दी भी आई है। उन्होंने भी न्योता दिता सी शादी विच शामिल होने वास्ते। जदों आए गुरु तेग बहादुर पातशाह नूं वेखिया किन भाई लाल चंद दी घर दी माता बिशन कौर ने आख्या स्वामी जी मेरे अंदर एक फुरना उठिया। अज भी देखो जिस घर विच धी दा जन्म हो जाता ना, मापे उस दिन तो ताक लगानी शुरू कर देंदे ने, क्योंकि ये भी एक संजोगां दीयां गल्लां हुंदियां ना। हर मापिਆਂ दे अंदर डर हुंदा कोई चंगा रिश्ता मिल जाए, पता नहीं किहो जिहा रिश्ता कोई टक्कर जाए, क्योंकि अखां दे अगे पड़दा हुंदा, पता नहीं कित्थे संजोग मालक ने लिखे ने। साध संगत वो धन भाई लाल चंद दी घर दी कहंदी मेरे अंदर फुरना उठिया कि क्यों ना मेरी साडी बच्ची जिहड़ी है माता गुजर कौर बारे कहंदे इस बच्ची दा आनंद कारज किते गुरु तेग बहादुर पातशाह नाल हो जे। अजे उम्र 4 साल दी है, पर पुरातन समय पहलां ही जसन हो जाती सी जी। भाई लाल चंद कहता इस तों वधिया गल होर किहड़ी होनी है, मैं अज ही गल करना। गुरु हरगोबिंद पातशाह नाल गल कीती। गुरु हरगोबिंद पातशाह ने गल वक्री विच लिया कि तेरी ये जिहड़ी है विचार मैनूं परवान। समा अपनी चाले चलदा गया। समा नोट करते जाओ साध संगत कि यात्रा तुसीं हैरान हो जाओगे। एक घटना है 4 साल की जो गुरु तेग बहादुर पातशाह होए। समा आया साध संगत 1621 नूं बरत जिहड़ा जन्म हुंदा गुरु तेग बहादुर पातशाह दा, ते 1625 नूं ये बाबा गुरदित्ता जी की शादी हुंदी है। समा आंदा 1634 का। हुण गुरु तेग बहादुर पातशाह की शादी आनंद कारज जिहड़ा माता गुजर कौर जी नाल हुंदा 1634 की घटना। उस मौके उम्र कितनी है? गुरु तेग बहादुर पातशाह की 13 साल तो माता गुजर कौर की 11 साल जी, क्योंकि माता गुजर कौर 2 साल छोटे सन गुरु तेग बहादुर पातशाह नाल। ये 1634 की घटना। मैं कहना अनपढ़ तो अनपढ़ नूं भी ये गल याद हो जाएगी, ध्यान नाल सुनोगे। समा अपनी चाले चलता गया। 1635 का समा आया। गुरु हरगोबिंद पातशाह की आखिरी जंग जिहड़ी करतारपुर विखे हुई जी, वो सचमुच उस जंग विच ते सिखां ने तलवार के जोहर दिखाए, उत्थे धन गुरु तेग बहादुर पातशाह ने भी तलवार के जोहर दिखाए जी। जदों देखा करतारपुर की जंग के अंदर लड़दियां माता गुजर कौर भी छत ते चढ़ के वेखदी होवेगी कि अंदर प्यार जागदा होवेगा कि 14 साल की उम्र का मेरा पति किवें जंग विच लड़दा पिया। जंग की जो समाप्ति हुई, जंग जित के जदों आए, गुरु हरगोबिंद पातशाह ने गल वकड़ी विच लिया। गुरु तेग बहादुर पातशाह नूं आख्या तेरा नाम ते त्यागमल रखिया सी, सचमुच तू त्याग दी मूरत तां है, पर नाल दी नाल तेग बहादुर भी है। तू तेग दा धनी भी है। ये 1635 की घटना है साध संगत। 1635 नूं गुरु हरगोबिंद पातशाह समेत परिवार कीरतपुर की धरती ते पहुँच जाते हैं। मैनूं एक सज्जन कल पुछदा पिया सी कि बाबा बकाले की धरती ते इन्ना क समा लिखिया। सचमुच लिखण च अग्गा पिछा हो जाता, क्योंकि हर एक लिखारी की अपनी अपनी राय है। पर मैं 2-4 लिखारियों पढ़िया, ये पेंडा मैनूं बहुत अच्छा लगा, ध्यान नाल सुनते जाओ। इत्थे फिर 1635 तो लैके 1644 तक ये 9 साल का समा बनता कीरतपुर की धरती पर। यह गुरु हरगोबिंद पातशाह ने कीरतपुर इत्थे वसाया, पर गुरु तेग बहादुर पातशाह की इत्थे बंदगी का समा चलता गया। गुरु दरबार के अंदर भजन बंदगी शुरुआत हो गई। अज तो साडे जीवन चों बंदगी नाम की चीज़ नहीं रही साध संगत जी। असीं पता की कहने की लोड़ है नितनेम करन दी, की लोड़ है नाम जपन दी। मैं कहना चंगे कर्म करने चाहिए न। पढ़ लो गुरु अर्जन देव पातशाह नूं कहन लगे जे बंदगी नहीं तो चंगे काम हो भी नहीं सकते। महाराज ने बचन किते न जी
मार कहते सर्ब धर्म में श्रेष्ठ धर्म, हर को नाम जप फिर निर्मल कर्म है। सचमुच जे बंदगी होगी तां ही अंदरों कोई चंगे कर्म साडे निकलणगे, चंगे संस्कार साडे बनणगे। 1644 तक गुरु तेग बहादुर पातशाह ने रज के सेवा की जी। उत्थे केवल तां केवल भजन बंदगी अते गुरु दरबार विच आके कहते अखां झुकियां होंदियां सी जदों गुरु दरबार अंदर गुरु तेग बहादुर पातशाह ने आना। रज के इत्थे सेवा सिमरन की किन गुरु तेग बहादुर पातशाह ने। 1644 का समा आ गया जी, नोट कर लियो। उम्र कितनी हो गई है? 1621 च जन्म होंदा जी, 23 साल की उम्र हो जाती गुरु तेग बहादुर पातशाह की। इत्थे 1644 नूं गुरु हरगोबिंद पातशाह ज्योति जोत समान लगे जी। ज्योति जोत समान तो पहला वेख्या कि अपने पुत्रां विचों अजे गुरता गद्दी दे योग कोई नहीं है। निगाह दिड़ाई अपने पोतरे वाल गुरु हर राय महाराज वाल। कोशिश करनी, दोबारा बेनती कर रहा, मेरी आदत बन गई है। मैं कहना आम तो छड्डो, अज मोबाइल ने इन्ने सानू आलसी बना दिता ना असी शब्द कंठ करना, ना असी इतिहास कुछ याद करना, ना गुरु पातशाह के नाम जा ये कुछ असी याद करना, साडी कैपेसिटी खत्म ही हो गई है जी। सचमुच ताकत ही खत्म हो गई है कंठ करने वाली। ये मोबाइल के जिथे फायदे ना उत्थे नुकसान भी है ना जी। रोज़ का एक शब्द किते पढ़े सिख जी, किन्नी पानी कंठ हो जाती। मैं सारिया स्टेजा तो एक गल की है, 9वें महल के सलोक किड्डा क वड्डा हुंदा जी, 2 पंक्तियां दा। तुसीं करके देखियो अज ही प्रैक्टिस, सवेर तो लैके शाम तक सलोक गुनगुनाते रहो, शाम तक तुहानूं सलोक कंठ हो जाना। 60 दिन लगने ने तुहानूं 9वें महल के सलोक याद हो जाने। उसदा कारण की है? जदों भोग पैंदा सानूं सारिਆਂ ਨੂੰ आंदे ਹੁੰਦੇ नाल बोलते ਹੁੰਦੇ आ, सिर्फ टिकाऊ चाहिए जी, एकांत विच बैठण दी लोड़ है। सानूं 60 ਦੇ 60 सलोक ਜਿਹੜੇ याद हो जाएंगे। हाँ इत्थे नाल ही बेनती कर देना, पिछले 1 महीने अंदर लगातार लड़ीवार सलोकां दी विचार की है जी। जिन्हां वीरां भैणां ने सलोकां दी विचार सरवण करनी होवे, यूट्यूब चैनल ते पई है, भाई सुरजीत सिंह खालसा करके सर्च करियो, ये सारे सलोकां दी विचार तुहानूं मिल जाएगी। अपने घर बैठ के आपां सरवण कर सकते हैं। कुदरती वचन विच चेते आ गया जी। 1644 नूं ज्योति जोत समान तो पहला गुरता गद्दी बख्शिश की अपने पोतरे गुरु हर राय महाराज। ये बाबा गुरदित्ता जी के सपुत्र सन। इस थोड़ा जा मैं कहना इन्ना क सानू याद होवे जी। ते फिर उत्थे जो ज्योति जोत समान तो पहला माता नानकी ने कुछ गल्लां पुछियां गुरु हरगोबिंद पातशाह नूं, कहन लगे साडे वास्ते की हुक्म है? गुरु तेग बहादुर पातशाह ने एक पोथी दिती, एक कटार दिती, एक रुमाल दिता। आख्या नानकी हुण तूं इत्थे नहीं रहना, पर समेत परिवार हुण तुसीं बकाले की धरती ते चले जाना। गुरु हरगोबिंद पातशाह ज्योति जोत समा गए। यकीन जानियो सुरती ना सुनो ना तो अंदर कमरी छिड़दी है जी। किहो जिहा पैंडा सी मेरे गुरु पातशाह दा, अखां चों नीर बगना शुरू हो जाएगा। असी जीवन पा के कीता की है जी? उन्हां साडे वास्ते इन्ना कुछ कीता, आपां की कीता जी? 1644 नूं फिर बकाले की धरती ते रवाना हो गए ने जी। 1644 तो लैके 1664 तक ये 20 साल का समा बनता जी। रज के गुरु तेग बहादुर पातशाह ने उत्थे बंदगी की है। हाँ साडे ना हर गल ते 2 धड़े बन गए जी। एक कहंदा ना जी भोरा है ही नहीं सी, बाबे ने उत्थे बंदगी नहीं की। एक धड़ा वो जिहड़ा बंदगी नूं मनदा है, एक धड़ा वो जिहड़ा बंदगी नूं खारजी कर दिंदा। गल नूं समझिया ही नहीं। असल विच मेरे गुरु तेग बहादुर पातशाह ने रज के उत्थे करतार की इबादत की जी, रज के उत्थे बंदगी की। पढ़ो गुरु अर्जन देव पातशाह ने की आख्या, मार कहते अत सुंदर कुलीन चतर मुख ज्ञानी धनवंत, मृतक कहिए नानका जे प्रीत नहीं भगवान। तो जिंदी जागदी लाश है, जिहदे जीवन च बंदगी नहीं, जिहदे जीवन च कमाई नहीं। यकीन जानो बंदगी के नाल नाल दूसरा पक्ष समझना से कि गुरु नानक का घर गुफा के अंदर बहन वास्ते नहीं आया, जिथे बंदगी की उत्थे नाल दे इलाकों वास्ते प्रचारक दौरे ते भी निकले ने जी। इतिहास पढ़ के देखो, साखियां मिलदियां ने। एक धड़ा बन गया जिहड़ा बंदगी नूं मनदा पिया, एक धड़ा बन गया जिहड़ा बंदगी नूं मनदा ही नहीं पिया। गल नूं समझिया ही नहीं। जिथे बंदगी की करतार दी उत्थे दुनिया नूं तारन वास्ते बाहर निकले ने। घोड़ी ते सवार होकर कदे किसी नगर विच कदे किसी नगर विच मेरे सतगुर गए ना, क्योंकि गुरु नानक दे घर दा आउण दा मकसद ही ये सी, कल तारन गुरु नानक आया, दुनिया नूं तारन वास्ते मेरा गुरु नानक आया। इत्थे 20 साल की कमाई है जी। दुनिया के दुख कट्टण वास्ते गुरु नानक का घर आया। 1664 का समा फिर जी 20 साल का सफ़र इशारा किया। इधर बाबा मक्खन शाह लवाने का जहाज़ डुबन लगा जी। तुसीं किन्ने अमीर विरसे के मालक हो।
मैं कहना बदकिस्मती ਜਿਹੜੀ ਲਵਾਨਾ ਕੌਮ ਦੇ ਅੰਦਰ ਜਨਮ ਲੈ ਕੇ ਬੰਦਾ ਲਵਾਨਾ ਕਹਿਣ ਤੋਂ ਸ਼ਰਮ ਮਹਿਸੂਸ ਕਰਦਾ ਹੋਵੇ। ਤੁਹਾਡਾ ਖਾਨਦਾਨ ਕਿੰਨਾ ਅਮੀਰ ਹੈ, ਤੁਹਾਡਾ ਵਿਰਸਾ ਕਿੰਨਾ ਅਮੀਰ ਹੈ। ਤੁਸੀਂ ਉਹਨਾਂ ਪੁਰਸ਼ਾਂ ਵੱਲ ਝਾਤ ਮਾਰ ਕੇ ਦੇਖੋ, ਇਹ ਸੀਨਾ ਫਕਰ ਦੇ ਨਾਲ ਚੌੜਾ ਹੋ ਜਾਣਾ ਚਾਹੀਦਾ। ਬਾਬਾ ਮੱਖਣ ਸ਼ਾਹ ਦਾ ਬੇੜਾ ਡੁੱਬਣ ਲੱਗਾ ਤੇ ਇਹ ਨਹੀਂ ਕਿ ਅੱਜ ਹੀ ਗੁਰੂ ਨਾਨਕ ਚੇਤੇ ਆਇਆ। ਸਾਡੀ ਹਾਲਤ ਪਤਾ ਕੀ ਹੈ, ਜਦੋਂ ਮੁਸੀਬਤ ਬਣਦੀ ਫਿਰ ਸਾਨੂੰ ਗੁਰੂ ਨਾਨਕ ਚੇਤੇ ਆਉਂਦਾ, ਪਰ ਬਾਬਾ ਮੱਖਣ ਸ਼ਾਹ ਨੂੰ ਅਚਨਚੇਤ ਚੇਤੇ ਨਹੀਂ ਆਇਆ। ਇਹ ਖਾਨਦਾਨ 1519 ਤੋਂ ਲੈ ਕੇ ਗੁਰੂ ਨਾਨਕ ਦੇ ਘਰ ਨਾਲ ਜੁੜਿਆ ਹੋਇਆ ਸੀ। ਇਹ ਪੀੜ੍ਹੀ ਦਰ ਪੀੜ੍ਹੀ ਇਹ ਗੁਰੂ ਨਾਨਕ ਨਾਲ ਜੁੜਿਆ ਹੋਇਆ ਸੀ। ਅੱਜ ਬੇੜਾ ਡੁੱਬਣ ਲੱਗਾ, ਨਾਲ ਦੇ ਅਹਿਲਕਾਰਾਂ ਨੇ ਇੱਕ ਗੱਲ ਆਖੀ, ਕਹਿਣ ਲੱਗੇ ਸ਼ਾਹ ਜੀ ਹੁਣ ਨਹੀਂ ਲੱਗਦਾ ਕੋਈ ਤਾਕਤ ਸਾਨੂੰ ਬਚਾ ਸਕੇ। ਬਾਬਾ ਮੱਖਣ ਸ਼ਾਹ ਨੇ ਇੱਕ ਗੱਲ ਆਖੀ, ਤੁਹਾਡੀਆਂ ਨਜ਼ਰਾਂ ਵਿੱਚ ਕੋਈ ਐਸੀ ਜਗ੍ਹਾ ਨਹੀਂ ਜਿਹੜੀ ਸਾਨੂੰ ਨਾ ਬਚਾ ਸਕੇ। ਉਹ ਭਲਿਓ ਮੇਰੀ ਨਜ਼ਰਾਂ ਵਿੱਚ ਅੱਜ ਵੀ ਇੱਕ ਘਰ ਹੈ ਜਿੱਥੇ ਡੁੱਬਦੇ ਬੇੜੇ ਪਾਰ ਹੋ ਸਕਦੇ ਨੇ। ਉਹ ਕਹਿਣ ਲੱਗੇ ਕੌਣ? ਕਹਿੰਦੇ ਗੁਰੂ ਨਾਨਕ ਦਾ ਘਰ। ਆਓ ਫਿਰ ਸਾਰੇ ਇਕੱਠੇ ਹੋਵੋ ਤੇ ਮਿਲ ਕੇ ਉਹਦੇ ਚਰਨਾਂ 'ਚ ਅਰਦਾਸ ਕਰੀਏ। ਬਾਬਾ ਮੱਖਣ ਸ਼ਾਹ ਨੇ ਕਿੰਨੀ ਕੁ ਮਨ ਤਨ ਹੋ ਕੇ ਅਰਦਾਸ ਕੀਤੀ ਹੋਵੇਗੀ, ਤਨੋਂ ਮਨੋਂ ਜੁੜ ਕੇ ਅਰਦਾਸ ਕੀਤੀ ਹੋਵੇਗੀ, ਜਿਹੜੀ ਗੁਰੂ ਨਾਨਕ ਦੇ ਘਰ ਅਰਦਾਸ ਸੁਣੀ ਗਈ। ਸਾਧ ਸੰਗਤ, ਬਾਬਾ ਮੱਖਣ ਸ਼ਾਹ ਦਾ ਬੇੜਾ ਡੁੱਬਦਾ ਕਿਨਾਰੇ ਲੱਗਾ। ਹੁਣ ਸਿੱਖ ਅਕਿਰਤ ਕਨਾਂ ਦੀ ਕਤਾਰ ਵਿੱਚ ਨਹੀਂ ਖਲੋਣਾ ਚਾਹੁੰਦਾ। ਮੈਨੂੰ ਸਮਾਂ ਤੇ 40 ਮਿੰਟ ਤੱਕ ਮਿਲਿਆ ਸੀ, ਪਰ ਮੈਂ ਸੱਚਮੁੱਚ ਉਲੰਘਣਾ ਕਰ ਦੇਣੀ ਹੈ ਜੀ। ਮੈਂ ਬਾਅਦ 'ਚ ਗੋਡੇ ਪਕੜ ਲਾਂਗਾ। ਸਮਾਂ ਮਿਲਿਆ ਮੈਂ 1 ਵਜੇ ਤੱਕ ਜਾਣਾ ਜੀ। ਤੁਸੀਂ ਭਾਵੇਂ ਮੈਨੂੰ ਬਾਅਦ 'ਚ ਜੋ ਸਜ਼ਾ ਲਾ ਲਿਓ, ਕਿਉਂਕਿ ਕਿਹੋ ਜਿਹਾ ਰਸ ਬਣਿਆ। ਤੁਸੀਂ ਬੜੇ ਪਿਆਰ ਨਾਲ ਗੁਰੂ ਦੀਆਂ ਬਾਤਾਂ ਸਰਵਣ ਕਰਦੇ ਪਿਓ। ਇਹ ਬਾਰ-ਬਾਰ ਦਿਨ ਨਹੀਂ ਜੇ ਮਿਲਨੇ ਜੀ। ਬਾਬਾ ਮੱਖਣ ਸ਼ਾਹ ਦਾ ਡੁੱਬਦਾ ਬੇੜਾ ਕਿਨਾਰੇ ਲੱਗਾ। ਹੁਣ ਸਿੱਖ ਅਕਿਰਤ ਕੰਨ ਨਹੀਂ ਬਣਨਾ ਚਾਹੁੰਦਾ। ਉਹਨੂੰ ਪਤਾ ਲੱਗਾ ਮੇਰਾ ਬੇੜਾ ਗੁਰੂ ਨਾਨਕ ਨੇ ਪਾਰ ਕੀਤਾ ਤੇ ਮੈਂ ਸ਼ੁਕਰਾਨਾ ਵੀ ਗੁਰੂ ਨਾਨਕ ਦਾ ਕਰਨਾ। ਸਾਡੀ ਹਾਲਤ ਕੀ ਹੈ? ਅਸੀਂ ਅਰਦਾਸਾਂ ਗੁਰੂ ਕੋਲ ਕਰਨੇ ਆ, ਸ਼ੁਕਰਾਨੇ ਪਾਰਟੀਆਂ ਜਾ ਕੇ ਕਰਦੇ ਹਾਂ, ਜਾਂ ਕਿਤੇ ਮੜੀਆਂ ਮਸਾਨਾਂ ਵਿੱਚ ਜਾ ਕੇ ਮੱਥਾ ਟੇਕਦੇ ਹਾਂ। ਫਿਰ ਕਈ ਬਜ਼ੁਰਗ ਪਤਾ ਕੀ ਕਹਿੰਦੇ ਨੇ, ਉਹ ਇਹ ਸਾਡੇ ਬਜ਼ੁਰਗ ਮੰਨਦੇ ਆਏ ਨੇ, ਤੁਸੀਂ ਕਿੱਥੋਂ ਕੱਲ ਦੇ ਬੱਚੇ ਆ ਗਏ ਹੋ। ਉਹ ਕੁਝ ਨਹੀਂ ਹੁੰਦਾ। ਇੱਕ ਵਾਰ ਵਿਸ਼ਵਾਸ ਰੱਖੋ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਇੱਕ ਵਾਰ ਗੁਰੂ ਗ੍ਰੰਥ ਸਾਹਿਬ ਮਾਰ ਤੇ ਵਿਸ਼ਵਾਸ ਕਰਕੇ ਤਾਂ ਵੇਖੋ, ਭਰੋਸਾ ਕਰਕੇ ਤਾਂ ਦੇਖੋ, ਇੱਕ ਵਾਰ ਪੱਲਾ ਪਕੜ ਕੇ ਤਾਂ ਵੇਖੋ। ਸਾਧ ਸੰਗਤ, ਜੋ ਬਾਹਰ ਦੇ ਬੇੜੇ ਪਾਰ ਕਰ ਸਕਦਾ ਸਿੱਖਾ, ਤੇਰੇ ਅੰਦਰ ਦੇ ਬੇੜੇ ਵੀ ਪਾਰ ਕਰ ਦੇਗਾ। ਉੱਥੇ ਬਾਬਾ ਮੱਖਣ ਸ਼ਾਹ ਤੁਰਿਆ ਜੀ। ਇਤਿਹਾਸ ਕਹਿੰਦਾ ਕੀਰਤਪੁਰ ਦੀ ਧਰਤੀ 'ਤੇ ਪੁੱਜਿਆ। ਪਹਿਲਾਂ ਪਤਾ ਨਹੀਂ ਸੀ ਕਿ ਹੁਣ ਗੁਰੂ ਨਾਨਕ ਦੀ ਗੱਦੀ 'ਤੇ ਕੌਣ ਬਿਰਾਜਮਾਨ ਹੈ। ਆਖਿਆ ਮੈਂ ਦਸਵੰਧ ਦੇਣ ਇਸ ਵਾਰ ਆਪ ਜਾਣਾ। ਬੜੀਆਂ ਗੱਲਾਂ ਨੇ ਇੱਥੇ ਖੋਲ੍ਹਣ ਵਾਲੀਆਂ। ਗੁਰੂ ਨਾਨਕ ਦਾ ਸਿੱਖ ਕਦੇ ਸੁੱਖਣਾ ਨਹੀਂ ਸੁੱਖਦਾ। ਸਾਧ ਸੰਗਤ ਜੀ, ਸਾਡੀ ਮਾੜੀ ਹਾਲਤ ਹੋ ਗਈ ਹੈ। ਅਸੀਂ ਕਿਤੇ ਲਾਲ ਚੁੰਨੀ ਪਈ ਹੋਈ ਦੇਖੀ ਨਾ ਕਿਤੇ ਬਰਮੀ ਤੇ, ਉੱਥੇ ਸੁੱਖਣਾ ਸੁੱਖ ਦੇਣੀ ਹੈ ਜੀ। ਉਹ ਸਿੱਖ ਹੋ ਕੇ ਸਾਧ ਸੰਗਤ, ਬਾਕੀ ਤਾਂ ਛੱਡੋ। ਮੈਂ ਸਵੇਰੇ ਦੇਖੇ ਕਈ ਜੀ, ਜਿਹੜੀ ਜਗ੍ਹਾ ਲੱਭੀ ਉੱਥੇ ਮੱਥਾ ਟੇਕਦੇ ਤੁਰੇ ਜਾਣਾ। ਕਹਿੰਦੇ ਕਿਸੇ ਨੂੰ ਨਾਰਾਜ਼ ਨਹੀਂ ਕਰਨਾ। ਉਹ ਮੈਂ ਕਿਹਾ ਭਲਿਆ, ਇੱਕ ਨੂੰ ਖੁਸ਼ ਕਰ ਲੈ ਸਾਰੀ ਦੁਨੀਆ ਖੁਸ਼ ਹੋ ਜਾਣੀ ਆ। ਮੇਰਾ ਸਤਿਗੁਰ ਕਹਿੰਦੇ ਇੱਕ ਸੱਜਣ ਸਭ ਸੱਜਣਾ, ਇੱਕ ਬੈਰੀ ਸਭ ਬਾਦ। ਇੱਕ ਨੂੰ ਤਾਂ ਸੱਜਣ ਬਣਾ ਲੈ, ਸਾਰੀ ਦੁਨੀਆ ਸੱਜਣ ਬਣ ਜਾਏਗੀ। ਜੇ ਦਰ ਦਰ ਤੇ ਖੱਜਲ ਹੁੰਦਾ ਰਵੇਂਗਾ, ਬੰਦਰਾਂ ਵਿੱਚ ਜਕੜਿਆ ਹੀ ਰਹੇਗਾ। ਜਿਹੜਾ ਸ਼ਲੋਕ ਤੁਹਾਡੇ ਸਾਹਮਣੇ ਰੱਖਿਆ ਸੀ, ਇਹ ਬੰਧਨ ਪਾਉਂਦੇ ਨੇ। ਜਿਸ ਜਗ੍ਹਾ ਤੇ ਵਿਸ਼ਵਾਸ ਹੋਵੇਗਾ, ਉਸ ਜਗ੍ਹਾ ਦੀ ਵਾਈਬ੍ਰੇਸ਼ਨ ਨੇ ਸਾਨੂੰ ਘੇਰਨਾ, ਮਨ ਤੇ ਅਸਰ ਹੋ ਜਾਣਾ। ਇਸ ਕਰਕੇ ਉਸ ਜਗ੍ਹਾ ਤੇ ਜਾਣਾ ਹੀ ਨਹੀਂ। ਸਾਧ ਸੰਗਤ ਜੀ, ਇਤਨਾ ਕਿ ਆਜ਼ਾਦ ਹਸਤੀ ਦੇ ਮਾਲਕ ਬਣਨਾ ਕਿ ਮਾਲਕਾ ਕੇਤਿਆਂ ਦੁੱਖ ਭੂਖ ਸਦਮਾਰ, ਇਹ ਵੀ ਦਾਤ ਤੇਰੀ ਦਾਤਾਰ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਏ। ਬਾਬਾ ਮੱਖਣ ਸ਼ਾਹ ਕਹਿੰਦਾ ਬਾਬਾ ਇਸ ਵਾਰ ਸ਼ੁਕਰਾਨਾ ਇਸ ਤਰੀਕੇ ਨਾਲ ਕਰਨਾ ਹੈ ਕਿ ਮੈਂ ਆਪ ਆਪਣਾ ਦਸਵੰਧ ਦੇਣ ਤੇਰੇ ਦਰ ਤੇ ਆਣਾ। ਬਾਬੇ ਨੇ ਸੁਖਣਾ ਨਹੀਂ ਸੁਖੀ, ਬਾਬੇ ਨੇ ਅਰਦਾਸ ਕੀਤੀ। ਹਾਂ, ਇੱਕ ਹੋਰ ਗੱਲ ਨੋਟ ਕਰਿਓ, ਅਰਦਾਸ ਕਿਵੇਂ ਕਰਨੀ ਹੈ। ਮਾਰ ਕਹਿੰਦੇ ਅਰਦਾਸ ਕਰ ਦੋਏ ਕਰ ਜੋੜ ਕਰੂੰ ਅਰਦਾਸ। ਅਗਲਾ ਬਚਨ ਕੀ ਹੈ? ਤੁਧ ਭਾਵੈ ਤਾਂ ਆਨੈ ਰਾਸ। ਗੁਰੂ ਅੱਗੇ ਸ਼ਰਤ ਨਹੀਂ ਰੱਖਣੀ ਕਿ ਮੈਂ ਸੱਚੇ ਪਾਤਸ਼ਾਹ ਤੇਰੇ ਚਰਨਾਂ 'ਚ ਅਰਦਾਸ ਕਰ ਰਿਹਾ, ਮੇਰਾ ਪੁੱਤਰ ਨੌਕਰ ਹੋਏਗਾ ਤੇ ਮੈਂ ਤਾਂ ਅਖੰਡ ਪਾਠ ਰਖਵਾਣਾ। ਇਹ ਤਾਂ ਸੌਦਾ ਹੋ ਗਿਆ ਨਾ। ਕਹਿਣਾ ਸੱਚੇ ਪਾਤਸ਼ਾਹ ਅਰਦਾਸ ਕਰਨਾ ਪਿਆ, ਉਹ ਤੈਨੂੰ ਭਾਏ ਤੇ ਅਰਦਾਸ ਪੂਰੀ ਕਰ ਦੇ। ਜੇ ਕਿਤੇ ਨਾ ਵੀ ਹੋਏ ਤੇ ਇਹਦੇ ਵਿੱਚ ਵੀ ਮੇਰਾ ਭਲਾ ਹੋਣਾ ਜੀ। ਉਹ ਬਾਅਦ 'ਚ ਪਤਾ ਲੱਗਦਾ ਸਮਾਂ ਆਉਣ 'ਤੇ ਕਿ ਜੋ ਕੁਝ ਮੈਂ ਮੰਗਦਾ ਸਾਂ ਗਲਤ ਸਾਂ। ਗੁਰੂ ਨੇ ਜੋ ਦੇਣਾ ਸੀ ਉਹ ਤਾਂ ਠੀਕ ਦੇਣਾ ਸੀ। ਗਿਆਨੀ ਮਸ਼ਕੀਨ ਜੀ ਕਹਿੰਦੇ ਸਾਡੇ ਮੰਗਣ ਵਿੱਚ ਦੁੱਖ ਹੋ ਸਕਦਾ, ਗੁਰੂ ਦੇ ਦੇਣ ਵਿੱਚ ਸੁੱਖ ਹੈ। ਸਾਧ ਸੰਗਤ ਜੀ, ਸਾਨੂੰ ਨਹੀਂ ਪਤਾ ਹੁੰਦਾ ਕਈ ਵਾਰੀ ਸਾਨੂੰ ਕੀ ਚਾਹੀਦਾ, ਪਰ ਗੁਰੂ ਨੂੰ ਪਤਾ। ਤਾਂ ਹੀ ਤੱਕ ਸ਼ਬਦ ਪੜ੍ਹਨੇ ਆਗਿਆ ਸੁੱਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਬਾਬਾ ਮੱਖਣ ਸ਼ਾਹ ਤੁਰਿਆ, ਕੀਰਤਪੁਰ ਤੋਂ ਹੁੰਦਾ ਹੋਇਆ ਦਿੱਲੀ ਦੀ ਧਰਤੀ ਤੇ ਪਹੁੰਚਿਆ। ਪਤਾ ਲੱਗਾ ਗੁਰੂ ਹਰਕ੍ਰਿਸ਼ਨ ਮਹਾਰਾਜ ਜੋਤੀ ਜੋਤ ਸਮਾ ਗਏ। ਕਹਿੰਦੇ ਬਚਨ ਕੀ ਕਰ ਗਏ ਸਨ?
ਕਹਿੰਦੇ ਲਾਸਟ ਵਿੱਚ ਬਚਨ ਆਖਿਆ ਸੀ, ਬਾਬਾ ਬਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਗਲ ਸੰਭਾਲੇ, ਕਿ ਅੱਜ ਤੋਂ ਬਾਅਦ ਸਾਡੇ ਇੱਥੇ ਗੁਰਤਾ ਗੱਦੀ ਦੇ ਜਿਹੜੇ ਵਾਰਸ ਨੇ ਉਹ ਸਾਡੇ ਦਾਦਾ ਜੀ ਹੋਣਗੇ। ਬਾਬਾ ਮੱਖਣ ਸ਼ਾਹ ਜੀ ਸਮੇਤ ਪਰਿਵਾਰ ਸਾਧ ਸੰਗਤ ਸ਼ੁਕਰਾਨਾ ਕਰਨ ਦਾ ਢੰਗ ਦੇਖਿਓ। ਅਸੀਂ ਕਿਤੇ ਘਰ ਵਿੱਚ ਸ਼ਾਦੀ ਹੁੰਦੀ ਨਾ, ਮੈਂ ਜਦੋਂ ਕਿਤੇ ਆਨੰਦ ਕਾਰਜ ਦੀ ਕਥਾ ਕਰਨ ਜਾਂਦਾ ਇੱਕ ਬਚਨ ਜ਼ਰੂਰ ਕਹਿਣਾ ਹੁੰਦਾ ਜੀ। ਜਦੋਂ ਤੇ ਸਾਡੇ ਘਰਾਂ 'ਚ ਆਨੰਦ ਕਾਰਜ ਹੁੰਦਾ ਅਸੀਂ ਅਖੰਡ ਪਾਠ ਰਖਵਾਉਂਦੇ ਹਾਂ, ਅਰਦਾਸਾਂ ਕਰਨੇ ਆ। ਜਦੋਂ ਆਨੰਦ ਕਾਰਜ ਹੋ ਜਾਂਦਾ ਨਾ ਫਿਰ ਸਾਡੀ ਜ਼ੁਬਾਨ ਦੇ ਬੋਲ ਚੇਂਜ ਹੋ ਜਾਂਦੇ। ਅਸੀਂ ਪਤਾ ਕੀ ਕਹਿੰਦੇ ਆ, ਪਤਾ ਹੀ ਨਹੀਂ ਲੱਗਾ ਕਿਵੇਂ ਆਨੰਦ ਕਾਰਜ ਹੋ ਗਿਆ, ਪਤਾ ਹੀ ਨਹੀਂ ਲੱਗੀ ਸ਼ਾਦੀ ਕਿਵੇਂ ਹੋ ਗਈ ਆ, ਐਵੇਂ ਤੂੰ ਡਰਦਾ ਪਿਆ ਸੀ। ਉਹ ਭਲਿਆ ਅੱਜ ਭੁੱਲ ਗਿਆ ਕਿ ਕਾਰਜ ਤੋਂ ਪਹਿਲਾਂ ਕਿਵੇਂ ਤੂੰ ਅਰਦਾਸਾਂ ਕਰਦਾ ਸਾਂ। ਰਾਤ ਨੂੰ ਤੈਨੂੰ ਨੀਂਦ ਨਹੀਂ ਸੀ ਆਉਂਦੀ, ਉਹ ਸੁੱਤੇ ਪਿਆ ਵੀ ਤੇਰੇ ਅੰਦਰੋਂ ਅਰਦਾਸਾਂ ਨਿਕਲਦੀਆਂ ਸਨ। ਹੁਣ ਕਾਰਜ ਹੋ ਗਿਆ ਤੇ ਗੁਰੂ ਨੂੰ ਭੁੱਲ ਗਿਆ। ਬਾਅਦ ਵਿੱਚ ਬੰਦਾ ਕੜਾਹ ਪ੍ਰਸ਼ਾਦ ਦੀ ਦੇਗ ਤੱਕ ਨਹੀਂ ਕਰਾਂਦਾ। ਉਹ ਨੋਟ ਕਰਿਓ, ਇਹ ਕੀਰਤਕਾਂ ਦੀ ਕਤਾਰ ਵਿੱਚ ਖੜੇ ਹੋਣ ਵਾਲੀਆਂ ਬਾਤਾਂ ਨੇ। ਆਨੰਦ ਕਾਰਜ ਦੀ ਸੰਪੂਰਨਤਾ ਤੋਂ ਬਾਅਦ ਵਿੱਚ ਨਹੀਂ ਪਾਠ ਰਖਾਣਾ, ਨਹੀਂ ਗੁਰੂ ਦੇ ਚਰਨ ਪਵਾਣੇ, ਕੋਈ ਬਾਤ ਨਹੀਂ, ਲੇਕਿਨ ਗੁਰਦੁਆਰਾ ਸਾਹਿਬ ਆ ਕੇ ਕੜਾਹ ਪ੍ਰਸ਼ਾਦ ਦੀ ਦੇਗ ਕਰਾ ਕੇ ਅਰਦਾਸ ਜ਼ਰੂਰ ਕਰਨੀ। ਮਾਲਕਾ ਤੇਰੇ ਅੱਗੇ ਅਰਦਾਸ ਕੀਤੀ ਸੀ, ਤੂੰ ਸਿਰ ਤੇ ਹੱਥ ਰੱਖ ਕੇ ਮੇਰਾ ਨਿਰਵਿਘਨਤਾ ਸਹਿਤ ਕਾਰਜ ਪੂਰਾ ਕੀਤਾ। ਅੰਦਰ ਪਿਆਰ ਜਾਗੇਗਾ ਸਾਧ ਸੰਗਤ। ਬਾਬਾ ਮੱਖਣ ਸ਼ਾਹ ਜੀ ਪੁੱਜੇ ਨੇ ਬਕਾਲੇ ਦੀ ਧਰਤੀ ਤੇ। ਅੱਗੇ ਕੀ ਵੇਖਿਆ ਕਿ ਦੱਸਣ ਵਾਲੇ ਨੇ ਤੇ ਇੱਕ ਗੁਰੂ ਆਖਿਆ ਸੀ, ਪਰ ਉੱਥੇ ਤਾਂ 22 ਮੰਜੀਆਂ ਡੱਠੀਆਂ ਨੇ। ਹੁਣ ਇੱਕ ਇੱਕ ਕੋਲ ਜਾਂਦਾ ਬਾਬਾ ਮੱਖਣ ਸ਼ਾਹ, ਉਹ ਸਾਡੇ ਵਰਗੀਆਂ ਅੱਖਾਂ ਨਹੀਂ ਸਨ ਸਾਧ ਸੰਗਤ। ਪਤਾ ਨਹੀਂ ਤੁਸੀਂ ਕਿੰਨੇ ਕੁ ਪਿਆਰ ਨਾਲ ਸੁਣਦੇ ਪਿਓ ਸਾਧ ਸੰਗਤ। ਯਕੀਨ ਜਾਣੋ ਮੇਰੇ ਕੋਲੋਂ ਬਚਨ ਕੁਝ ਨਿਕਲ ਜਾਂਦੇ ਨਾ, ਅੰਦਰ ਬੜਾ ਸਰੀਰ ਕੰਬਦਾ ਪਿਆ ਜੀ। ਉਹ ਕਿਹੋ ਜਿਹਾ ਪਿਆਰ ਸੀ ਉਹਨਾਂ ਗੁਰਸਿੱਖਾਂ ਦੇ ਅੰਦਰ ਜੀ। ਬਾਬਾ ਮੱਖਣ ਸ਼ਾਹ ਕੋਲ ਸਾਡੇ ਵਰਗੀਆਂ ਅੱਖਾਂ ਨਹੀਂ ਸਨ। ਜਦੋਂ ਦੇਖਿਆ 22 ਮੰਜੀਆਂ ਡੱਠੀਆਂ, ਇੱਕ ਇੱਕ ਅੱਗੇ ਕੋਈ 2 ਮੋਹਰਾਂ, ਕੋਈ 4 ਮੋਹਰਾਂ, ਕੋਈ 5 ਮੋਹਰਾਂ ਰੱਖੀਆਂ। ਕੋਈ ਕਹਿੰਦਾ ਜਾ ਤੇਰੇ ਬਿਜ਼ਨਸ ਵਿੱਚ ਵਾਧਾ ਹੋਏ, ਜਾ ਤੈਨੂੰ ਰੱਬ ਤਰੱਕੀਆਂ ਦੇ। ਸਾਰਿਆਂ ਦੀ ਜ਼ੁਬਾਨ ਦੇ ਇਹ ਬੋਲ ਨੇ। ਬਾਬਾ ਮੱਖਣ ਸ਼ਾਹ ਜੋ 22 ਦੇ 22 ਮੰਜੀਆਂ ਦੇਖ ਕੇ ਅੱਗੇ ਤੁਰੇ, ਨਿਰਾਸ਼ ਹੋਏ ਨਾ, ਅੰਦਰ ਹੀ ਅੰਦਰ ਸੋਚਦੇ ਨਾ, ਕਹਿੰਦੇ ਇਹ ਮੇਰੇ ਗੁਰੂ ਦੀ ਬੋਲੀ ਨਹੀਂ ਹੋ ਸਕਦੀ, ਉਹ ਮੇਰੇ ਗੁਰੂ ਦੀ ਬੋਲੀ ਤੇ ਲੱਗ ਹੈ। ਇੱਥੇ ਇੱਕ ਬਚਨ ਕੋਡ ਕਰਨਾ ਚਾਹੁੰਦਾ ਸਾਧ ਸੰਗਤ, ਹਿਰਦੇ ਦੀ ਝੋਲੀ ਅੱਡਿਓ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕੀਤੀ ਨਾ, ਭਾਈ ਗੁਰਦਾਸ ਜੀ ਬਾਣੀ ਲਿਖਦੇ ਪਏ ਨੇ ਜੀ, ਲਿਖਦੇ ਪਏ ਨਾ। ਗੁਰੂ ਅਰਜਨ ਦੇਵ ਪਾਤਸ਼ਾਹ ਪਿਆਰ ਵਿੱਚ ਆਏ ਜੀ, ਮੌਜ ਵਿੱਚ ਆਏ ਤੇ ਇੱਕ ਗੱਲ ਪੁੱਛੀ ਭਾਈ ਗੁਰਦਾਸ ਜੀ ਨੂੰ। ਕਹਿੰਦੇ ਭਾਈ ਸਾਹਿਬ ਜੀ ਇੱਕ ਗੱਲ ਦੱਸੋ, ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਇਹ ਕੱਚੀ ਬਾਣੀ ਹੈ ਤੇ ਸੱਚੀ ਬਾਣੀ ਹੈ? ਤੁਸੀਂ ਕਿਵੇਂ ਕੱਚੀ ਬਾਣੀ ਨੂੰ ਬਾਹਰ ਕੱਢ ਦਿੰਦੇ ਹੋ? ਮੈਨੂੰ ਅੱਜ ਦੱਸੋ ਕਿੰਨੇ ਕੁ ਪਿਆਰ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਆਏ ਹੋਣਗੇ। ਸਭ ਕੁਝ ਜਾਣਦੇ ਨੇ, ਲੇਕਿਨ ਪੁੱਛਦੇ ਪਏ ਨੇ ਭਾਈ ਗੁਰਦਾਸ ਜੀ ਨੂੰ, ਮਾਣ ਬਖਸ਼ਣਾ ਸੀ ਸਿੱਖ ਨੂੰ। ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਛੋਟਾ ਮੂੰਹ ਬੜੀ ਬਾਤ, ਪਰ ਇੱਕ ਉਦਾਹਰਨ ਦੇਣਾ ਚਾਹੁੰਦਾ। ਭਾਈ ਗੁਰਦਾਸ ਜੀ ਕਹਿੰਦੇ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਦੱਸ ਸਿੱਖਾ, ਮੈਂ ਇਹੀ ਤਾਂ ਪੁੱਛਣਾ ਚਾਹੁੰਦਾ, ਤੈਨੂੰ ਕਿਵੇਂ ਪਤਾ ਲੱਗਦਾ ਕਿ ਸੱਚੀ ਹੈ ਤੇ ਕੱਚੀ ਹੈ? ਅੱਜ ਸਿੱਖ ਕੋਲ ਅੱਖਾਂ ਨਹੀਂ ਰਹੀਆਂ ਸਾਧ ਸੰਗਤ, ਨੋਟ ਕਰਿਓ। ਭਾਈ ਗੁਰਦਾਸ ਜੀ ਕਹਿੰਦੇ ਇੱਕ ਉਦਾਹਰਨ ਦੇਣਾ ਚਾਹੁੰਦਾ। ਕਹਿੰਦੇ ਇੱਕ ਹਾਲ ਹੋਵੇ ਬਹੁਤ ਵੱਡਾ, ਉਹਦੇ ਅੰਦਰ ਕੋਈ 500 ਜਾਂ 1000 ਬੰਦਾ ਇਕੱਠਾ ਹੋਇਆ ਹੋਵੇ, ਤੇ ਉਸ ਹਾਲ ਦੇ ਬਾਹਰ ਇੱਕ ਔਰਤ ਇੱਕ ਸੁਹਾਗਣ ਖੜੀ ਹੋਵੇ। ਅੰਦਰ ਉਹ 500 ਬੰਦੇ ਵਿੱਚੋਂ ਬਾਰੀ-ਬਾਰੀ ਇੱਕ ਇੱਕ ਬੰਦਾ ਬੋਲੇ, ਉੱਚੀ ਉੱਚੀ ਆਵਾਜ਼ 'ਚ ਬੋਲੇ, ਪਰ ਜਦੋਂ ਉਸ ਸੁਹਾਗਣ ਦਾ ਖਸਮ, ਉਹਦਾ ਪਤੀ ਜਦੋਂ ਅੰਦਰੋਂ ਬੋਲੇਗਾ ਨਾ, ਉਹ 500 ਦੇ 500 ਬੰਦੇ ਵਿੱਚੋਂ ਸਮਝ ਜਾਏਗੀ ਕਿ ਮੇਰੇ ਬੰਦੇ ਦੀ ਆਵਾਜ਼ ਹੈ, ਅਗਰ ਉਹ ਪਤੀ ਵਰਤਾ ਔਰਤ ਹੋਏਗੀ। ਭਾਈ ਗੁਰਦਾਸ ਜੀ ਕਹਿੰਦੇ ਜਿੰਨਾ ਮਰਜ਼ੀ ਸੰਸਾਰ ਤੇ ਕਾਮਾ ਰੌਲਾ ਪਿਆ ਮਾਲਕਾ, ਪਰ ਜਦੋਂ ਮੇਰੇ ਖਸਮ ਦੀ ਗੱਲ ਸਾਹਮਣੇ ਆਂਦੀ ਮੈਨੂੰ ਪਤਾ ਲੱਗ ਜਾਂਦਾ ਮੇਰੇ ਖਸਮ ਦੀ ਬੋਲੀ ਹੈ। ਸਿੱਖਾ ਤੇਰੇ ਅੰਦਰ ਵੀ ਇਹ ਨਜ਼ਰਾਂ ਹੋਣ, ਤੇਰੀ ਵੀ ਸੋਚ ਇਹੋ ਜਿਹੀ ਬਣ ਜਾਏ। ਐਵੇਂ ਕਿਸੇ ਦਾ ਲਾਈ ਲੱਗ ਨਹੀਂ ਬਣਨਾ, ਸਿੱਖ ਲਾਈ ਲੱਗ ਨਹੀਂ ਹੋਣਾ ਚਾਹੀਦਾ ਜੀ। ਸਿੱਖ ਦੇ ਅੰਦਰ ਦ੍ਰਿੜਤਾ ਹੋਣੀ ਚਾਹੀਦੀ ਕਿ ਮਾਲਕਾ ਮੈਂ ਬਸ ਤੇਰਾ ਪੱਲਾ ਪਕੜਿਆ, ਤੈਨੂੰ ਛੱਡ ਕੇ ਮੈਂ ਕਿਤੇ ਨਹੀਂ ਜਾਣਾ। 22 ਮੰਜੀਆਂ ਵੇਖੀਆਂ, ਨਿਰਾਸ਼ ਹੋਏ ਨੇ ਬਾਬਾ ਮੱਖਣ ਸ਼ਾਹ ਜੀ ਲਵਾਣਾ। ਅੱਗੇ ਪੁੱਛਿਆ ਇੱਕ ਨੂੰ ਜੀ, ਕਹਿਣ ਲੱਗੇ ਕੋਈ ਹੋਰ ਵੀ ਹੈ? ਤੇ ਕਿਸੇ ਨੇ ਕਹਿ ਦਿੱਤਾ ਹੈ ਇੱਕ ਤੇਗਾ ਕਮਲਾ। ਮੈਂ ਇੱਥੇ ਵੀ ਰੁਕਣਾ ਚਾਹੁੰਦਾ, ਇਤਿਹਾਸ ਨੂੰ ਸਮਝੀਏ। ਕਿਆ 20 ਸਾਲ ਤੋਂ ਉੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਬੈਠੇ ਸਨ, ਲੋਕਾਂ ਨੂੰ ਪਤਾ ਨਹੀਂ ਸਨ ਕੌਣ ਹੈ? ਬੱਚੇ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ, ਪਤਾ ਨਹੀਂ ਹੋਵੇਗਾ 20 ਸਾਲ ਤੋਂ ਜੀ। ਜਿੱਥੇ ਅੱਜ 5 ਸਾਲ ਕਿਤੇ ਹੋਏ ਹੋਵਨ ਤੇ ਮੈਂ ਕਹਿੰਦਾ ਇੱਕ ਹਫ਼ਤੇ 'ਚ ਪਤਾ ਲੱਗ ਜਾਂਦਾ ਫਲਾਣਾ ਬੰਦਾ ਕੀ ਕੌਣ ਹੈ। ਅਸੀਂ ਕਹਿ ਦਿੱਤਾ, ਉੱਥੇ ਕਹਿ ਦਿੱਤਾ ਇੱਕ ਹੋਰ ਹੈ ਤੇਗਾ ਕਮਲਾ। ਹਾਂ ਆਖਿਆ ਹੋਏਗਾ ਪਤਾ ਕਿਹਨਾਂ ਨੇ? ਜਿਨ੍ਹਾਂ ਕੋਲੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸੋਭਾ ਬਰਦਾਸ਼ਤ ਨਹੀਂ ਸੀ ਹੁੰਦੀ ਪਈ, ਜਿਨ੍ਹਾਂ ਦੇ ਅੰਦਰ ਈਰਖਾ ਦੇ ਭਾਂਬੜ ਬਲਦੇ ਪਏ ਸਨ। ਅੱਜ ਵੀ ਇੱਕ ਗੱਲ ਮੈਂ ਡੰਕੇ ਦੀ ਚੋਟ ਨਾਲ ਕਹਿੰਦਾ ਪਿਆ ਜੇ ਸਾਰੇ ਦੀਵਾਨਾਂ 'ਚ, ਜਿਹੜਾ ਬੰਦਾ ਕਿਸੇ ਦੀ ਨਿੰਦਿਆ ਕਰਦਾ ਪਿਆ ਨਾ,
गल नोट करके जाओ जिथे तक आवाज़ जा रही। जिहड़ा बंदा किसी की निंदा करता समझ लेना इनू वो बंदे की सफलता बर्दाश्त नहीं होंदी पई। आम बंदा थोड़ी निंदा करता पे जी, मैं आंदे गल करदा पिया वीर जी नाल। यकीन जाने हो जिथे प्यार होवे बंदा औगन भी नज़र अंदाज कर जाता है, जिथे नफरत होवे उहदा गुण भी औगन बना के पेश करता जी। नोट करियो किते उन्होंने गुरु तेग बहादुर पातशाह की महिमा बर्दाश्त थोड़ी सी। तुसीं समाज च देखियो, महल्ले च देखियो, किसी नाल कोई लैन देन नहीं, कोई पैलियां नहीं बनानियां, पर बंदा कई बार ईरखा बस होकर किसी की शोभा बर्दाश्त नहीं कर सकता जी। वो अंदरों साड़ कढ़दा है। मैं कहना उत्थे भी गुरु तेग बहादुर पातशाह की महिमा बर्दाश्त नहीं, उस बंदे ने साड़ ही कढ़िया होना। उन्हें आख्या होना हाँ एक तेगा कमला है जिहदी सारे पासे चर्च है। नोट करियो बाबा मक्खन शाह जी, लंबी गाथा, इशारा ही करना पिया। जा जदों देखिया आए हाय, जदों गुरु तेग बहादुर पातशाह का दीदार किया, सुध कीना सुध रही, बुद्ध कीना बुद्ध रही, तन मन होए निहाल, जां गुरु देखा सामने। सचमुच कमला हो गया, अंदरों प्यार में डुब गया। इत्थे बड़ियां कहानियां जुड़ियां, उस पासे ना जावां। बाबा मक्खन शाह इन्ना क खुश हो गया, छत ते चढ़ के पल्लू फेर के एक गल कह दी, भूलीए संगते सुनो दे कान, गुरु मिलियो है मैद महान। और भुलिए संगते किहड़े कच्चे गुरुआं पिछे फिरदे पिओ, अज भी लोड़ है किते गुरु दा सिख कोई इस तरीके नाल कह दे, और गुरु के सिखो किथे मड़ियां मसाना विच खज्जल हुंदे पिओ, सानू सच्चा गुरु गुरु ग्रंथ साहिब महाराज मिल गया। मैं कहना जीवन च खुशियां आ जाणगियां। एक बार भरोसा करके देखियो, एक बार विश्वास करके देखियो साध संगत। गुरु तेग बहादुर पातशाह प्रगट होए, इधर धीर मलिया नूं मसंद आके कहंदा सियां मसंद, वो कहता बाजी हथों निकल गई की करिए, कहते गोली चला दो। सीएम मसंद ने गोली चलाई। साध संगत गुरु तेग बहादुर पातशाह के कोलों निकल गई, गल वखरी है। तो इत्थे फिर बाबा मक्खन शाह जो अपने डेरे च जाके बैठा सी ना, सिखा ने आकर दसिया बाबा जी और जिस गुरु नूं तुसीं प्रगट करके आयो, अज उस गुरु ते गोली चल गई। कहने लगे बाबा मक्खन शाह किन्ना दलेर सी, किन्ना मैं कहना उस मौके किड्डा वड्डा बिजनेसमैन सी, 100 बंदा 100 सिपाही नाल रहिंदे सन। यकीन जानियो किसी भी जो विद्वान जो सर्च करने वाला, सचमुच ही खोज करने वाला, उन्होंने पढ़ के देखियो तुसीं। हाँ कल कोई एक किताब लिख दे तो गल का खंडन कर दे, गल वखरी है, पर असीं वध तो वध विद्वानां नूं पढ़ के फिर गल स्टेज पर लियानी है जी। 100 सिपाही हर मौके तैनात रहिंदे सन। किड्डा वड्डा बिजनेसमैन सी बाबा मक्खन शाह। जो जाके सिखा ने दसिया बाबा जी जिस गुरु नूं प्रगट करके आयो, वो गुरु ते गोली चल गई। बाबा मक्खन शाह दौड़दा आया नंगे पैरी, आके धीर मली दियां मसंद दियां मुश्कां बन्नियां। साध संगत जिहड़ा धन लुट के ऐसा सारा धन इकट्ठा किया, शार्ट च गल करा तो बाहमां तू पकड़ के ते ला गुरु तेग बहादुर पातशाह के सामने पेश किया। सारा धन चुक के लिया। गुरु तेग बहादुर पातशाह कहते आगे बेनती की, बाबा मक्खन शाह ने आख्या मालका तेरे हुक्म तो बिना मैं कुछ नहीं कर सकता, तुहाडे सामने पेश किया, हूँ जो तुसीं हुक्म करोगे उही इन्हों सज़ा लाई जाएगी। मेरे गुरु तेग बहादुर पातशाह कहते जे मेरी राय लैनी है बाबा मक्खन शाह, खोल इन्हां दियां मुश्कां। वो बावां खुलाइयां, आख्या जरा धन वापस लियाओ, दे दो इन्हों धन, ये धन दे सारे पुआड़े ने। अज भी तुसीं देखो कई जगह ते साध संगत मीडिया का युग जे, मैं कहना किहो जे जीवन के लोक मालक बन गए ने, वो गुरु घर दियां गोलकां भी हड़पी जाते पे ने जी। मैं कहना किहो जिहा अंदर बन गया उन्हां दा। गुरु तेग बहादुर पातशाह ने तो आख्या सी लै जाओ, ये धन सानू नहीं चाहिए, पर लोग गुरु नानक की गोलक तो बरतन तो भी परहेज नहीं करते पे जी। अज मीडिया का युग है, तां गल्लां सामने आंदियां पे ने, ते मोए ये चीज़ां सामने आनियां से किन्ना क अंदर कठोर हो गया हुंदा है। एक गल याद रखियो, पुस्तां नाश हो जाणगियां, पुस्तां। उहदा मैं क्यों कह रहा, 1-1 रुपये ते अरदास होई हुंदी सिख दी। साध संगत ना जाने अनजाने विच भी सिख कोलों अरदास निकल जाती जी। कुछ ना मंगे, 1-1 रुपया गोलक च पा के की कहता है, कुछ नहीं मंगेगा तो आखेगा सच्चे पातशाह सुख शांति दे। हर एक पैसे ते अरदासां होईयां ने। वो सचमुच ये गुरु की गोलक का जरा पैसा खाते ना, उन्हों का किहड़ी युग जाके भला होएगा। आख्या लै जाओ ये धन, ये इस करके तो लड़ाइयां सारियां। कह लगे मालका तुहाडी नरादरी की। गुरु तेग बहादुर पातशाह कहते बाबा मक्खन शाह सब तो बड़ा तप अगर दुनिया ते कोई है ना, वो है खिमा कर देना किसी को। कहते माफ़ कर दो, सब तो बड़ी बंदगी है किसी की भुल नूं बख्श देना। जदों गुरु तेग बहादुर पातशाह ने गल आखी, इतिहास गवाह है जी, बाद विच धीर मल चुप ही हो गया सी।
ਉਹਦੇ ਅੰਦਰ ਨੂੰ ਗੱਲ ਐਸੀ ਲੱਗੀ ਕਿ ਅਸੀਂ ਕੀ ਕਰਨੇ ਪਿਆ। ਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੁਭਾਅ ਕਿਹੋ ਜਿਹਾ, ਬੇਸ਼ੱਕ ਨਾਲ ਨਹੀਂ ਆਇਆ ਲੇਕਿਨ ਚੁੱਪ ਹੋ ਗਿਆ ਜੀ, ਖਾਮੋਸ਼ ਹੋ ਕੇ ਬਹਿ ਗਿਆ ਕਿ ਇਹ ਕੀ ਹੋ ਗਿਆ। ਅਸੀਂ ਤੇ ਗੋਲੀ ਚਲਾਉਣ ਤੱਕ ਪੁੱਜ ਗਏ ਤੇ ਇਹ ਅੱਗੋਂ ਕਹਿੰਦਾ ਪਿਆ ਕਿ ਬਖਸ਼ ਦੇਣਾ ਹੀ ਸਭ ਤੋਂ ਵੱਡਾ ਤਪ ਹੈ। ਚਲੋ ਸਮਾਂ ਆਪਣੀ ਚਾਲੇ ਚੱਲਦਾ ਗਿਆ ਜੀ। ਗੁਰੂ ਤੇਗ ਬਹਾਦਰ ਪਾਤਸ਼ਾਹ ਇੱਥੇ ਅੰਮ੍ਰਿਤਸਰ ਦੀ ਧਰਤੀ ਤੇ ਆਏ, ਹਰਿਮੰਦਰ ਸਾਹਿਬ ਇਤਿਹਾਸ ਸਾਹਮਣੇ ਬੋਲਦਾ ਪਿਆ ਜੀ। ਉੱਥੇ ਵੀ ਕੁਝ ਉਹਨਾਂ ਲੋਕਾਂ ਦਾ ਕਬਜ਼ਾ ਸੀ ਜਿਹੜੇ ਲੋਕ ਬਾਹਰੀ ਤੌਰ ਤੇ ਗੁਰੂ ਘਰ ਵਿੱਚ ਬੈਠੇ ਸਨ ਲੇਕਿਨ ਗੁਰੂ ਨਾਲ ਜੁੜੇ ਨਹੀਂ ਸਨ। ਉਹਨਾਂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਅੰਦਰ ਨਹੀਂ ਆਉਣ ਦਿੱਤਾ। ਮੈਂ ਸਵੇਰੇ ਵੀ ਪੜ੍ਹਦਾ ਪਿਆ ਸਾਂ, ਹੈਰਾਨ ਹੋਇਆ, ਜਿਹਦਾ ਘਰ ਹੈ ਉਹਨੂੰ ਆਪਣੇ ਘਰ ਵਿੱਚ ਨਹੀਂ ਜਾਣ ਦਿੱਤਾ। ਘਰ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀ ਤੇ ਐਸੇ ਲੋਕਾਂ ਨੇ ਕਬਜ਼ਾ ਕੀਤਾ, ਉਹਨੂੰ ਉਹਦੇ ਘਰ ਵਿੱਚ ਨਹੀਂ ਜਾਣ ਦਿੱਤਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜਿੱਥੇ ਥੜਾ ਸਾਹਿਬ ਗੁਰਦੁਆਰਾ ਜੀ, ਉੱਥੇ ਚਾਪੜਾ ਮਾਰ ਕੇ ਨਮਸਕਾਰ ਕਰਕੇ ਤੇ ਵਾਪਸ ਚਲੇ ਗਏ ਮੱਖਵਾਲ ਦੀ ਧਰਤੀ ਤੇ। ਉਹ ਧਰਤੀ ਵੀ ਸਤਿਗੁਰਾਂ ਨੇ ਖਰੀਦ ਕੇ ਉਹ ਸਥਾਨ ਬਣਾਇਆ। ਸਾਧ ਸੰਗਤ ਨੋਟ ਕਰਿਓ, ਅੱਜ ਜਿਹੜੇ ਦੌੜ ਲੱਗੀ ਹੈ, ਕੋਈ ਗੁਰਦੁਆਰੇ, ਕੋਈ ਮੰਦਰ, ਕੋਈ ਮਸਜਿਦ, ਜਿਹੜਾ ਜਗ੍ਹਾ ਮੱਲ ਕੇ ਬਣਾਉਣੀਆਂ, ਲੋਕ ਕਹਿੰਦੇ ਮਨ ਨਹੀਂ ਲੱਗਦਾ। ਮੈਂ ਕਿਹਾ ਮਨ ਕਿੱਥੋਂ ਲੱਗਣਾ, ਗਰੀਬਾਂ ਤੇ ਜ਼ੁਲਮ ਕਰਕੇ ਜੋ ਧਾਰਮਿਕ ਸਥਾਨ ਬਣਨਗੇ, ਕਿਸੇ ਨੇ 10 ਮਰਲੇ ਜਗ੍ਹਾ ਦਿੱਤੀ, 10 ਧੱਕੇ ਰਾਲੇ ਖੋਲੀ, ਇਹ ਕਿੱਥੋਂ ਦੀ ਇਨਸਾਨੀਅਤ ਹੈ ਜੀ, ਉਹ ਕਿੱਥੋਂ ਮਨ ਲੱਗੇਗਾ। ਨੋਟ ਰੱਖੋ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪ ਜਗ੍ਹਾ ਖਰੀਦੀ। ਇਤਿਹਾਸ ਹੈ, ਜਗ੍ਹਾ ਖਰੀਦ ਕੇ ਤੇ ਇਹ ਧਰਤੀ ਮੱਖਵਾਲ ਦੀ ਵਸਾਈ। ਉਹਦਾ ਨਾਮ ਚੱਕ ਨਾਨਕੀ ਪਿਆ, ਸਮਾਂ ਆਉਣ ਤੇ ਅਨੰਦਪੁਰ ਸਾਹਿਬ ਪਿਆ। ਪਰਿਵਾਰ ਇੱਧਰ ਪਟਨਾ ਸਾਹਿਬ ਤੋਂ ਹੁੰਦਾ ਹੋਇਆ ਪਰਿਵਾਰ ਨੂੰ ਪਟਨਾ ਸਾਹਿਬ ਛੱਡਿਆ, ਆਪ ਇੱਧਰ ਢਾਕੇ ਦੀ ਧਰਤੀ ਦੇ ਪ੍ਰਚਾਰਕ ਦੌਰੇ 'ਤੇ ਨਿਕਲ ਗਏ। ਵਾਪਸ ਆਏ ਨਾ, ਜਲਦੀ ਕਰਾਂ ਸਾਧ ਸੰਗਤ, ਗੁਰੂ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ। 3 ਸਾਲ ਬਾਅਦ ਆ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ, ਕਿੱਡੀ ਤਿਆਗ ਦੀ ਮੂਰਤ ਹੋਵੇਗੀ। 32 ਸਾਲ ਬਾਅਦ ਘਰ 'ਚ ਸੰਤਾਨ ਆਈ ਹੈ ਤੇ 3 ਸਾਲ ਬਾਅਦ ਆ ਕੇ ਪੁੱਤਰ ਦਾ ਚਿਹਰਾ ਵੇਖਿਆ ਜੀ। ਅੱਜ ਅਸੀਂ ਸਾਰੇ ਪਰਿਵਾਰਾਂ ਵਾਲੇ ਹਾਂ। ਮੈਂ ਕੱਲ੍ਹ ਵੀ ਇੱਕ ਜਗ੍ਹਾ ਬੇਨਤੀ ਕਰਦਾ ਪਿਆ ਸਾਂ, ਘਰ ਵਿੱਚ ਕਿਤੇ ਨਵੇਂ ਜੀਅ ਆਉਣਾ ਹੋਵੇ ਨਾ ਤੇ ਪਹਿਲਾਂ ਹੀ ਕਹਿ ਦਿੰਦੇ ਨਾ ਕਿ ਬੱਚੇ ਦਾ ਜਿਹੜਾ ਫਾਦਰ ਹੈ ਇਹ ਘਰ ਹੋਣਾ ਚਾਹੀਦਾ। ਆਰਮੀ 'ਚ ਛੁੱਟੀ ਲੈ ਕੇ ਆ ਜਾਂਦੇ ਜੀ। ਉਹ ਕਿਹੋ ਜਿਹੀ ਤਿਆਗ ਦੀ ਮੂਰਤ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ। 32 ਸਾਲ ਬਾਅਦ ਘਰ 'ਚ ਸੰਤਾਨ ਹੋਈ ਆ ਤੇ ਆਪ ਅਸਾਮ ਦੀ ਧਰਤੀ ਤੇ ਪ੍ਰਚਾਰਕ ਦੌਰੇ 'ਤੇ ਨੇ। 3.5 ਸਾਲ ਬਾਅਦ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖਿਆ ਜੀ। ਇਹੋ ਜਿਹੀ ਤਿਆਗ ਦੀ ਮੂਰਤ। ਚਲੋ ਮੈਂ ਜਲਦੀ ਕਰਾਂ, ਇੱਥੋਂ ਫਿਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ। ਇੱਥੇ ਹਾਹਾਕਾਰ ਮਚੀ ਸੀ। ਜੀਵਨ ਅਧੂਰਾ ਹੋਵੇਗਾ, ਅਧੂਰੀ ਗੱਲ ਰਹਿ ਜਾਏਗੀ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦੀ ਗੱਲ ਨਾ ਕੀਤੀ। ਇੱਧਰੋਂ ਦੁਖੀ ਔਰੰਗਜ਼ੇਬ ਨੇ ਪਤਾ ਕੋਸ਼ਿਸ਼ ਕੀ ਕੀਤੀ ਸੀ ਕਿ ਪੰਡਤ ਲੋਕਾਂ ਨੂੰ ਪਹਿਲਾਂ ਕਾਬੂ ਕਰੋ। ਇਹ ਪੜ੍ਹੇ ਲਿਖੇ ਲੋਕ ਨਾ, ਅਗਰ ਇਹ ਇਸਲਾਮ ਕਬੂਲ ਕਰ ਲੈਣਗੇ ਬਾਕੀ ਨੇ ਆਪ ਹੀ ਕਰ ਲੈਣਾ ਹੈ ਨਾ। ਇਹ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਸਾਰਾ ਜਥਾ ਆਇਆ। ਇਹਨਾਂ ਨੇ ਆ ਕੇ ਫਿਰ ਇੱਕ ਗੱਲ ਆਖੀ ਕਿ ਦੁਖੀ ਵਿਪਰ ਚੱਲ ਕੇ ਆਏ ਪੁਰੀ ਆਨੰਦ, ਬਾਹੇ ਅਸਾਡੀ ਪਕੜੀਆ ਗੁਰੂ ਹਰਗੋਬਿੰਦ ਕੇ ਚੰਦ। ਇੱਥੇ ਭੱਟ ਚਾਂਦ ਨੇ ਬਚਨ ਕੀਤੇ। ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖਿਆ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਹਾਈਆਂ, ਗੁਰ ਸ਼ਬਦੀ ਇਹ ਮਨ ਹੋੜੀਐ, ਬਾਹੇ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹੇ ਨਾ ਛੋੜੀਐ, ਤੇਗ ਬਹਾਦਰ ਬੋਲਿਆ ਧਰ ਪਈਐ, ਧਰਮ ਨਾ ਛੋੜੀਐ। ਦਲਾਸਾ ਦਿੱਤਾ, ਆਖਿਆ ਜਾਓ ਔਰੰਗੇ ਨੂੰ ਕਹਿ ਦਿਓ ਕਿ ਅਗਰ ਗੁਰੂ ਤੇਗ ਬਹਾਦਰ ਪਾਤਸ਼ਾਹ ਇਸਲਾਮ ਕਬੂਲ ਕਰ ਲੈਣ ਤੇ ਅਸੀਂ ਬਾਕੀ ਆਪੇ ਹੀ ਕਬੂਲ ਕਰ ਲਾਂਗੇ। ਹਾਂ, ਜਿਹੜੇ ਬੜੇ ਜ਼ੋਰ ਸ਼ੋਰ ਨਾਲ ਕਹਿੰਦੇ ਨਾ ਹਿੰਦ ਦੀ ਚਾਦਰ, ਨਹੀਂ, ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਰਉਪਕਾਰ ਨੂੰ ਛੋਟਾ ਕਰਕੇ ਪੇਸ਼ ਕੀਤਾ ਜਾ ਰਿਹਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੇ ਸ੍ਰਿਸ਼ਟੀ ਦੀ ਚਾਦਰ ਕਹੋ ਤਾਂ ਠੀਕ ਰਹੇਗਾ, ਉਸ ਤੋਂ ਥੱਲੇ ਆ ਜਾਓ, ਘੱਟੋ ਘੱਟ ਧਰਮ ਦੀ ਚਾਦਰ ਆਖੋ। ਮੈਂ ਸਵੇਰੇ ਵੀ ਇੱਕ ਗੱਲ ਕਰਦਾ ਪਿਆ ਸਾਂ, ਜੇ ਇਸਲਾਮ ਧਰਮ ਤੇ ਜ਼ੁਲਮ ਹੁੰਦਾ ਤੇ ਕਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹਾਦਤ ਨਾ ਦਿੰਦੇ? ਤਾਂ ਵੀ ਆਪਣੀ ਸ਼ਹਾਦਤ ਦਿੰਦੇ, ਕਿਉਂਕਿ ਉਹ ਧਰਮ ਦੀ ਰਾਖੀ ਵਾਸਤੇ ਆਏ ਨੇ। ਇਹ ਸੱਚ ਵਿੱਚ ਉਹ ਲੋਕ ਚਾਲ ਖੇਡਦੇ ਪਏ ਜਿਹੜੇ ਕਿ ਧਰਮਾਂ ਵਿੱਚ ਵੰਡਣ ਵਾਸਤੇ, ਉਹ ਤੇ ਪੂਰੀ ਮਾਨਵਤਾ ਦੇ ਭਲੇ ਵਾਸਤੇ ਆਏ ਸਨ। ਮਤ ਉਹਨਾਂ ਨੂੰ ਹਿੰਦੂ ਸਮਝੋ, ਸੱਚਮੁੱਚ ਜਿਹੜੇ ਰੱਬ ਦੇ ਪਿਆਰੇ ਨੇ। ਇਹ ਨਿਰਮਲ ਪੰਥ ਦੀ ਸਿਰਜਣਾ ਕੀਤੀ ਸੀ ਮੇਰੇ ਗੁਰੂ ਨਾਨਕ ਨੇ। ਆਖਿਆ ਕਿਸੇ ਵੀ ਧਰਮ ਤੇ ਜਦੋਂ ਜ਼ੁਲਮ ਹੋਵੇਗਾ ਅਸੀਂ ਆਪਣਾ ਆਪਾ ਵਾਰਨ ਤੱਕ ਤਿਆਰ ਹੋ ਜਾਵਾਂਗੇ, ਭਾਵੇਂ ਹਿੰਦੂ ਧਰਮ ਤੇ, ਭਾਵੇਂ ਮੁਸਲਮਾਨ ਤੇ, ਭਾਵੇਂ ਸਿੱਖ ਤੇ, ਭਾਵੇਂ ਈਸਾਈ ਤੇ। ਗੁਰੂ ਤੇਗ ਬਹਾਦਰ ਪਾਤਸ਼ਾਹ ਹਿੰਦ ਦੀ ਚਾਦਰ ਨਹੀਂ ਕਹਿਣਾ, ਗੁਰੂ ਤੇਗ ਬਹਾਦਰ ਪਾਤਸ਼ਾਹ ਧਰਮ ਦੀ ਚਾਦਰ ਸਨ। ਜੇ ਹੋਰ ਤੁਸੀਂ ਪਿਆਰ ਪਾਣਾ ਚਾਹੁੰਦੇ ਹੋ, ਗੁਰੂ ਤੇਗ ਬਹਾਦਰ ਪਾਤਸ਼ਾਹ ਪੂਰੀ ਸ੍ਰਿਸ਼ਟੀ ਦੀ ਚਾਦਰ ਬਣ ਕੇ ਨਿਬੜੇ। ਸਾਧ ਸੰਗਤ ਆਖਿਆ ਹਰ ਇੱਕ ਮਨੁੱਖ ਨੂੰ ਧਰਮ ਕਮਾਉਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਹਰ ਇੱਕ ਮਨੁੱਖ ਸੁਤੰਤਰ ਹੋਣਾ ਚਾਹੀਦਾ। ਲਓ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਇੱਥੋਂ 3 ਸਿੱਖਾਂ ਦੇ ਨਾਲ, ਹਾਲਾਂਕਿ ਭਾਈ ਜੈਤਾ ਜੀ ਦਾ ਜ਼ਿਕਰ ਆਉਂਦਾ ਕਿ ਉਹ ਵੀ ਨਾਲ ਤੁਰੇ ਨਾ, 5 ਸਿੱਖ ਸਨ। ਸਾਧ ਸੰਗਤ
गुरु तेग बहादुर पातशाह तुरे ने इत्थे लाला दौलत राय ने बड़ी कमाल की गल कही, वो दुनिया के लोगों अजे तक मुहावरे ही वरतते आ रहे हो, कहावतां ही वरतते आ रहे हो। अज देखो गुरु तेग बहादुर पातशाह ने उन्होंने प्रैक्टिकल रूप दे दिता है ना। लोग कहते सन उल्टी गंगा बहा देना, ये अर्थ की होंगे ना, पर अज गुरु तेग बहादुर पातशाह ने प्रैक्टिकल अर्थ करके दसे न। लाला दौलत राय कहते आज तक जे तो सुना कि कातल मकतूल के पास जाए, मकतूल कहते ऐसा नहीं सुना कि मकतूल कातल के पास आए, ऐसा करके गुरु तेग बहादुर पातशाह ने उल्टी गंगा ही बहा दी। ਉਹਦੇ प्रैक्टिकल अर्थ कर दिते। गुरु तेग बहादुर पातशाह दिल्ली पहुंचे जी, दुनिया ਨੂੰ ਤਾਰਦੇ ਹੋਏ, क्योंकि डर तो रहत ना सचमुच ताई तो सलोकां 'ਚ बचन किया, भै काहू को देत न पै मानत आन, कहो नानक सुन रे मना, ज्ञानी ताहे बखान। वो ज्ञानी साडे वर्गे नहीं चिट्टे कपड़ियां वाले, असल में वो ज्ञानी जिहड़ा ना किसी को डरांदा ते ना किसी तो डरदा। गुरु तेग बहादुर पातशाह दिल्ली पुजे जी, कैद किया रात डरावनी हवेली दे अंदर। सवेर हुई 10 नवंबर 1675 दी। 3 सिखां नूं सामने लिआंदा, भाई मती दास दे अगे शर्तां रखियां, आख्या करामात दिखा। मैं सुनिया गुरु नानक दा घर बड़ियां करामातां दिखांदा, ये लोग बड़ा शौक रखते करामातां दा जी। इनू भी करामात ही समझिया होवेगा गुरु अर्जन पातशाह जदों तत्ती तवी ते बैठे ने, इनू करामातां नाल जोड़ते सन ये लोग। कहने लगे जां करामात दिखा, जां धर्म बदल ला, जां मरन वास्ते तैयार हो जा। भाई मती दास कहते करामात विखानी नहीं, धर्म आपां बदलना नहीं, तो मरन तू आपां डरना नहीं। सीस ते आरा रखिया, कहते कोई आखिरी इच्छा, कहते इक्को इच्छा ही मेरा मूँह जिहड़ा ना वो गुरु तेग बहादुर पातशाह वल कर दिओ। साध संगत वो सीस ते आरा तां भी अपना मुख गुरु वल अंदर झाती मारियो, गुरु ने सारे सुख दिते ने, साडा मुख गुरु वल है कि नहीं है। सीस ते आरा, जदों आरा चलन लगा कहते 1 मिनट रुक जा सजना, थोड़ा आस्ता आरा चलाई। कहते लगा पता हुण ते तू इस्लाम कबूल करेगा? कहते पता नहीं लगा, मैं इस करके कह रहा कि ते मेरा जपजी का पाठ अधूरा ना रह जाए। मैं पढ़ के हैरान होया। गुरु तेग बहादुर पातशाह सामने पिंजरे च कैद सन, कदे उच्ची आवाज़ च गल नहीं की। अज कड़कीवीं आवाज़ च कहते हैं भाई मती दास फिकर ना कर, कोई दुनिया की ताकत नहीं जी सिख की जपजी की आवाज़ नूं बंद कर सके जी। अज भावना खत्म होती जा रही है। भाई मती दास के तन के 2 फाड़ हो गए, तां भी जपजी की रोम रोम च आवाज़ आती पई सी। साध संगत कमाई वालियां दे खेडन प्राण उदों निकले जदों केती छुट्टी नाल दा वचन पूरा होया। साध संगत भाई सतीदास नूं रूह च लपेट के शहीद कर दिता, भाई दयाला जी नूं उबलती देग च उबाल के शहीद कर दिता। ये 10 नवंबर 1675 नूं ये 3 शहादतां होईयां। फिर रात नूं हवेली विच गुरु तेग बहादुर पातशाह नूं लै गए। हुण 11 नवंबर 1675 का दिन आया जी। हुण गुरु तेग बहादुर पातशाह नूं चौक च लिआंदा, सवेरे नहीं शहीद किया, एक ढंडोरा पिटवाया कि वध तो वध लोग इकट्ठे हो जान ताकि दुनिया के अंदर एक दहशत पाई जाए। साध संगत गुरु तेग बहादुर पातशाह के सामने भी 3 शर्तां रखियां, करामात, धर्म बदलो जां मरन वास्ते तैयार हो जा। गुरु तेग बहादुर पातशाह कहते तुसीं ये मन भी किवें लिया कि तुहाडी शर्त मंजूर करांगा, जदों मेरे सिखां ने नहीं मन्निया तो गुरु किवें मन सकदा। सामने जलाद गंडासा पिया तेज करदा, कहते लै फिर जे नहीं धर्म बदलना तो मरन वास्ते तैयार हो जा। जिन्ने दीवाना च कथा की पंजाबी दे एक कवि की कविता है जी, मीडिया का युग है, तुसीं कई विद्वानां कोलों कविता सुनी होनी है, सचमुच हिरदे नूं चीर के जाती जी। जदों तलवार तेज करदा ना जलाद, तो गुरु तेग बहादुर पातशाह ने जिहड़े उत्थे वचन कीते, एक पंजाबी दे कवि ने उहदी कविता बना के पेश की जी। कहते गुरु तेग बहादुर पातशाह कहते मैं हाँ तेग ते कढ लै तेग तू भी, 1 2 नहीं परख लै 100 तेगां, मैनू लकवा तेग बहादरी दा, मेरे सामे नहीं सकदियां हो तेगां, क्यों मैं ते जमदियां तेगां दी शान मानी, वेख पिता दियां पहनियां 2 तेगां, मेरे पिता दी अनक बहादरी ते रिया परखदा तेरा प्यो तेगां, हुण भी आंदे भविख अंदर, मेरे पुत्र ने बाणियां जो तेगां, ओदी तेग विचों जिहड़ी तेग निकलो लेगी लखां तेरियां खो तेगां। फिकर ना कर, समा आएगा कि सचमुच तेरियां लखां तेगां खो के बरे सुट दित्तियां जाणगियां। गुरु तेग बहादुर पातशाह दा सीस धड़ नालों लग कर दिता। होया कि तेग बहादुर के चलत, प्यो जगत मैं सोग, है सब जग प्यो,
ਜੈ 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 ਸੁਰਲੋਕ। ਭਾਈ ਜੈਤਾ ਜੀ ਭੀੜ ਨੂੰ ਚੀਰਦੇ ਹੋਏ ਮੈਂ ਕਹਿੰਦਾ ਕਿਹੋ ਜਿਹਾ ਭਾਈ ਜੈਤਾ ਜੀ ਦਾ ਜੀਵਨ ਸੀ ਜੀ। ਮੈਂ ਕਹਿੰਦਾ ਅੰਦਰ ਹੀ ਅੰਦਰ ਸੁਰਤੀ ਜੋੜ ਕੇ ਨਮਸਕਾਰ ਇੱਕ ਵਾਰ ਜ਼ਰੂਰ ਕਰ ਦਿਓ ਜੀ। ਕੋਈ ਆਮ ਰੂਹ ਨਹੀਂ, 5 ਪੜਾਅ ਕਰਕੇ ਭਾਈ ਜੈਤਾ ਜੀ ਕੀਰਤਪੁਰ ਦੀ ਧਰਤੀ ਤੇ ਪੁੱਜਿਆ ਜੀ। 5 ਪੜਾਅ ਕਰਕੇ ਮੈਂ ਕਹਿੰਦਾ ਜਿਹੜੇ ਲੋਕ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਯਾਦ ਕਰਦੇ ਪਏ ਸਨ, ਯਕੀਨ ਜਾਣਿਓ ਉਹਨਾਂ ਨੂੰ ਜਾ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸੀਸ ਨੇ ਤਾਰਿਆ। ਸਾਧ ਸੰਗਤ ਮੈਂ ਕਿਹਾ ਜਲਦੀ ਨਾਲ ਮੈਂ ਜਗ੍ਹਾ ਭੁੱਲ ਨਾ ਜਾਵਾਂ, ਇਸ ਕਰਕੇ ਉਹ ਪੈਂਡਾ ਮੈਂ 1 ਮਿੰਟ ਵਿੱਚ ਸਾਂਝਾ ਕਰਨਾ। ਭਾਈ ਜੈਤਾ ਜੀ ਚੱਲੇ ਨਾ, ਸਭ ਤੋਂ ਪਹਿਲਾਂ ਬਾਗ ਭੱਟ ਦੀ ਜਗ੍ਹਾ ਤੇ ਰੁਕੇ ਨਾ ਜੀ। 5 ਪੜਾਅ ਕੀਤੇ ਨੇ, ਹਾਲਾਂਕਿ ਉੱਥੇ ਜਿਹੜਾ ਮਲਾਪ ਹੋਇਆ ਮੈਂ ਉਹ ਸਾਂਝਾ ਨਹੀਂ ਕਰਦਾ ਪਿਆ, ਫਿਰ ਅੱਗੇ 1 ਘੰਟਾ ਨਵਾਂ ਸ਼ੁਰੂ ਹੋ ਜਾਣਾ। ਬਾਗ ਭੱਟ ਉੱਥੇ ਰੁਕੇ ਨਾ, 40 ਕਿਲੋਮੀਟਰ 40 ਮੀਲ ਪੈਂਡਾ ਰਾਤੋਂ ਰਾਤ ਤੈਅ ਕੀਤਾ ਜੀ ਭਾਈ ਜੈਤਾ ਜੀ ਨੇ। ਮੈਂ ਕਹਿੰਦਾ ਕਿੰਨਾ ਕੁ ਅੰਦਰ ਗੁਰੂ ਨਾਲ ਪਿਆਰ ਹੋਵੇਗਾ। ਚਾਦਰ 'ਚ ਲਪੇਟਿਆ ਸੀਸ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਛਾਤੀ ਨਾਲ ਲਾਇਆ ਤੇ ਦੌੜੀ ਜਾਂਦਾ ਪਿਆ ਜਿਵੇਂ ਹਵਾ ਬਣ ਕੇ ਉੱਡਦਾ ਹੋਵੇ ਜੀ। ਬਾਗਪੜ ਤੋਂ ਹੁੰਦਾ ਹੋਇਆ ਤਰਾਬੜੀ ਦੀ ਧਰਤੀ ਤੇ ਜਿੱਥੇ ਇੱਕ ਧੋਬੀ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਦਰਸ਼ਨ ਦਿੱਤੇ ਜੀ। ਉਹ ਬਸਤਰ ਤਿਆਰ ਕਰਕੇ ਬੈਠਾ ਸੀ। ਦੇਖੋ ਨਾ ਐਵੇਂ ਥੋੜ੍ਹੇ ਅਰਦਾਸ 'ਚ ਪੜ੍ਹਨੇ ਆ ਸਭ ਥਾਈਂ ਹੋਏ ਸਹਾਏ। ਅੱਜ ਸੀਸ ਵੀ ਤਾਰਦਾ ਪਿਆ। ਉਹਨੇ ਚਾਦਰ ਇੱਕ ਤਿਆਰ ਰੱਖੀ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਭੇਟਾ ਕਰਨ ਵਾਸਤੇ ਜੀ। ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਜੋ ਸੀਸ ਲਿਆਂਦਾ ਭੱਬਾ ਮਾਰ ਕੇ ਰੋ ਪਿਆ। ਉਹ ਮਾਲਕਾ ਲੋਕ ਕਹਿੰਦੇ ਗੁਰੂ ਸੁਣਦਾ ਨਹੀਂ, ਸੱਚਮੁੱਚ ਅੱਜ ਗੁਰੂ ਸ਼ਹੀਦ ਹੋ ਕੇ ਵੀ ਮੈਨੂੰ ਤਾਰਨ ਵਾਸਤੇ ਆ ਗਿਆ ਜੀ। ਉਹ ਨਵੀਂ ਚਾਦਰ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਲਪੇਟਿਆ ਤੇ ਭਾਈ ਜੈਤਾ ਜੀ ਅੱਗੇ ਤੁਰੇ ਨੇ। ਤੀਸਰਾ ਪੜਾਵ ਅੰਬਾਲਾ ਕੀਤਾ ਜੀ ਭਾਈ ਜੈਤਾ ਜੀ ਨੇ। ਚੌਥਾ ਨਾਭਾ ਸਾਹਿਬ। ਨਾਭਾ ਸਾਹਿਬ ਤੋਂ ਹੁੰਦੇ ਕੀਰਤਪੁਰ ਦੀ ਧਰਤੀ ਤੇ, ਕਿਉਂਕਿ ਮਨ ਵਿੱਚ ਸੀ ਕਿ ਵੱਡਿਆਂ ਦੇ ਇੱਥੇ ਸੰਸਕਾਰ ਹੋਏ ਨਾ ਤੇ ਕਿਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਵੀ ਇੱਥੇ ਨਾ ਸੰਸਕਾਰ ਹੋਣਾ ਹੋਵੇ। ਉੱਥੋਂ ਫਿਰ ਮੈਸੇਜ ਭੇਜ ਦਿੱਤਾ ਅਨੰਦਪੁਰ ਸਾਹਿਬ। ਇੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੁਝ ਸੰਗਤਾਂ ਸਮੇਤ ਕੀਰਤਪੁਰ ਦੀ ਧਰਤੀ ਤੇ ਆਏ। ਪਿਆਰ ਨਾਲ ਸਤਿਕਾਰ ਨਾਲ ਸੀਸ ਲੈ ਕੇ ਅਨੰਦਪੁਰ ਸਾਹਿਬ ਗਏ ਜੀ। ਸੰਸਕਾਰ ਕੀਤਾ। ਮੈਂ ਕਹਿੰਦਾ ਜਦੋਂ ਸੀਸ ਵੇਖਿਆ ਹੋ ਗਿਆ, ਮਾਤਾ ਗੁਜਰ ਕੌਰ ਨੇ ਬਚਨ ਕੀਤੇ ਸੀ ਨਾ, ਸਾਈਆਂ ਤੇਰੀ ਤੇ ਨਿਭ ਗਈ ਆ, ਕਿਰਪਾ ਕਰੀ ਮੇਰੀ ਵੀ ਨਿਭ ਜਾਏ। ਕਿੰਨਾ ਪਿਆਰ ਦਿੱਤਾ ਹੋਵੇਗਾ ਉੱਥੇ, ਸਾਰਾ ਕੁਝ ਵੇਖ ਕੇ ਕਿਹੋ ਜਿਹਾ ਨਜ਼ਾਰਾ ਹੋਵੇਗਾ। ਉੱਥੇ ਫਿਰ ਗੁਰੂ ਕਲਗੀਧਰ ਪਾਤਸ਼ਾਹ 9 ਸਾਲ ਦੀ ਉਮਰ ਰੰਗਰੇਟੇ ਨੂੰ ਲੈਂਦੇ ਗਲਵਕੜੀ ਵਿੱਚ, ਕਹਿੰਦੇ ਤੂੰ ਅੱਜ ਪੁੱਤਰ ਹੋਣ ਦਾ ਫਰਜ਼ ਅਦਾ ਕੀਤਾ ਜੀ। ਆਖਿਆ ਜੱਫੀ ਵਿੱਚ ਲੈ ਕੇ ਆਖਿਆ ਰੰਗਰੇਟੇ ਗੁਰੂ ਕੇ ਬੇਟੇ, ਉਧਰ ਧੜ ਲੱਖੀ ਸ਼ਾਹ ਵਣਜਾਰਾ ਜੀ। ਸੱਚਮੁੱਚ ਅੰਦਰ ਕੁਝ ਫੁਰਨੇ ਉੱਠਦੇ ਪਏ ਨਾ, ਕਿਤੇ ਸਮਾਂ ਬਣਿਆ ਨਾ ਇਹਨਾਂ ਸਿੱਖਾਂ ਦਾ ਜੀਵਨ ਤੁਹਾਡੇ ਨਾਲ ਸਾਂਝਾ ਕਰਾਂਗਾ। ਭਾਈ ਲੱਖੀ ਸ਼ਾਹ ਵਣਜਾਰਾ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਧੜ ਚੁੱਕ ਕੇ ਲੈ ਗਿਆ, ਆਪਣੇ ਘਰ ਰੱਖ ਕੇ ਘਰ ਨੂੰ ਅੱਗ ਲਾ ਦਿੱਤੀ। ਆਗਿਆ ਘਰ ਸੜਦਾ ਤੇ ਸੜੇ, ਮੇਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਧੜ ਦਾ ਨਿਰਾਦਰ ਨਾ ਹੋਵੇ। ਉਹ ਗੁਰੂ ਤੇਗ ਬਹਾਦਰ ਪਾਤਸ਼ਾਹ, ਆਓ ਰਲ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਇੱਕ ਸੀਸ ਲੈ ਲਈਏ ਜੀ। ਕੋਈ ਰਸਨਾ ਬਾਂਝੀ ਨਾ ਰਵੇ। ਕਰ ਨਾਉ ਨਿਦ ਆਵੈ ਤਾਏ, ਕਰ ਨਾਉ ਨਿਦ ਆਵੈ ਤਾਏ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਕਰ ਨਾਉ ਨਿਦ ਆਵੈ ਤਾਏ, ਕਰ ਨਾਉ ਨਿਦ ਆਵੈ ਤਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਜੀ। ਕੋਟਾਨ ਕੋਟ ਸ਼ੁਕਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜੋ ਸਿਰ ਤੇ ਹੱਥ ਰੱਖ ਕੇ ਆਪ ਹੀ ਸੇਵਾ ਲੈ ਲੈਂਦੇ ਨੇ। ਇੱਥੋਂ ਦੇ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹੋ ਜਿਹਾ ਸੁਹਾਵਣਾ ਪ੍ਰੋਗਰਾਮ ਉਲੀਕਿਆ। ਸਤਿਕਾਰਯੋਗ ਵੀਰ ਕੁਲਵੰਤ ਸਿੰਘ ਜੀ ਪ੍ਰਚਾਰਕ ਵੀਰ, ਜੋ ਕਿ ਆਪ ਵੀ ਕਥਾ ਕਰਦੇ ਨੇ, ਲੇਕਿਨ ਬਹੁਤ ਹੀ ਜ਼ਿਆਦਾ ਗੁਰੂ ਨੂੰ ਪਿਆਰ ਕਰਨ ਵਾਲੀ ਰੂਹ ਹੈ। ਗੁਰੂ ਕਿਰਪਾ ਕਰੇ ਇਹਨਾਂ ਦੇ ਸਿਰ ਤੇ ਵੀ ਮੇਰੇ ਮਾਲਕ ਹੱਥ ਰੱਖਣ, ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਆਪ ਜੀ ਸਮੂਹ ਸੰਗਤਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਨ੍ਹਾਂ ਨੇ ਇੰਨੇ ਪਿਆਰ ਸਤਿਕਾਰ ਦੇ ਨਾਲ ਭਾਵਨਾ ਦੇ ਨਾਲ ਗੁਰੂ ਦੀਆਂ ਬਾਤਾਂ ਸਰਵਣ ਕੀਤੀਆਂ ਜੀ। ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਗਾ ਸਾਹਿਬ ਸੁਮੇਲ, ਗੱਜ ਕੇ ਫਤਿਹ ਬੁਲਾ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।